यस अपने को एक फर्स्ट एंट्री है एक्सरसाइज की गुड्स परचेज फ्रॉम रॉयल फार्मेसी 17,620 ऑन क्रेडिट राजकुमार ਇਹਦਾ आंसर बोली तो की होना चाहिए है ਆਪਾਂ गुड्स परचेज कीतियां ने 17,620 ਦੀਆਂ ਇਹਦਾ आंसर की होगा देख के बोलने नहीं तेन पता ही है सामने एंट्री है एक बार मैं देखना चाहता कि जो तू आंसर लिख के लेके आया तेन आते भी ने कि नहीं ता पूछ रहे हैं डेबिट डेबिट क्या होगा रॉयल प्राइम फार्मेसी डेबिट ਆਪਾਂ मैं तुम दोबारा बोलदा ਆਪਾਂ रकम ये लिखी हुई है अपने रॉयल फार्मेसी तो गुड्स परचेज कीतियां ने 17,620 ਦੀਆਂ ਉਧਾਰੀਆਂ ਤੇ ਇਹਦੇ ਵਿੱਚ ਐਂਟਰੀ ਇਹਨੂੰ ਆਪਾਂ ਰਿਪਲਾਈ ਇਹਦਾ ਆਨਸਰ ਕੀ ਦਈਏ डेबिट जी रॉयल फार्मेसी ठीक है डेबिट की होगा जी रॉयल फार्मेसी डेबिट होगा क्यों क्योंकि उधार समान ਆਪਾਂ ਨੇ ਲਿਆ ਰਾਇਲ ਫਾਰਮੇਸੀ ਸਾਨੂੰ ਦੇ ਰਿਹਾ ਦਿੱਤਾ ਤੇ ਜੇ ਰਾਇਲ ਫਾਰਮੇਸੀ ਦੇ ਰਿਹਾ ਹੋਵੇ ਤਾਂ ਫਿਰ ਆਪਾਂ ਕੀ ਕਰਾਂਗੇ ਕ੍ਰੈਡਿਟ ਕਰਾਂਗੇ ਹਾਂ ਇੱਥੇ ਮੈਂ ਆਨਸਰ ਲਿਖਦਾ ਦੇਖੋ ਜਿਹੜੀ ਆ ਫਸਟ ਐਂਟਰੀ ਚ ਕੀ ਆ ਰਾਇਲ ਫਾਰਮੇਸੀ ਤੋਂ ਆਪਾਂ ਨੇ ਸਮਾਨ ਪਰਚੇਜ਼ ਕੀਤਾ ਰਾਇਲ ਫਾਰਮੇਸੀ ਕੀ ਹੈ ਗਿਵਰ ਹੈ ਉੱਥੋਂ ਆਪਾਂ ਸਮਾਨ ਲਿਆ ਤੇ ਆਪਣੇ ਕੋਲੇ ਸਮਾਨ ਆ ਗਿਆ ਯਾਨੀ ਆਪਾਂ ਇਹ ਕਹਿੰਦੇ ਵੀ ਸਾਨੂੰ ਗੁੱਡਸ ਮਿਲ ਗਿਆ ਪਰਚੇਜ਼ ਜਾਂ ਮੰਨ ਲਓ ਗੁੱਡਸ ਪਰਚੇਜ਼ ਦਾ ਮਤਲਬ ਸਮਾਨ ਆ ਗਿਆ ਇਹਨੂੰ ਆਪਾਂ ਗੁੱਡਸ ਵੀ ਕਹਿ ਦੋ ਤਾਂ ਵੀ ਠੀਕ ਹੈ ਪਰਚੇਜ਼ ਤੋਂ ਤਾਂ ਵੀ ਠੀਕ ਹੈ ਇਹ ਗੁੱਡਸ ਕੀ ਨੇ ਇਹ ਆਪਾਂ ਨੂੰ ਮਿਲੀਆਂ ਨੇ ਇਹ ਰਿਸੀਵਡ ਨੇ ਹੁਣ ਤੁਹਾਨੂੰ ਰੂਲ 'ਚ ਕੀ ਸਿਖਾਇਆ ਗਿਆ ਸੀਗਾ ਪਹਿਲਾਂ ਫਸਟ ਰੂਲ ਸਿਖਾਈ ਬੋਲੀ ਜਿਹੜਾ ਫਸਟ ਰੂਲ ਦੇ ਵਿੱਚ ਕੀ ਲਿਖਿਆ ਸੀਗਾ ਉਹ ਚਾਹੇ ਦੇਖ ਕੇ ਪੜ੍ਹ ਕੇ ਸੁਣਾ ਜਾਂ ਉਵੇਂ ਪੜ੍ਹ ਕੇ ਸੁਣਾ ਫਸਟ ਰੂਲ ਬੋਲ ਕੀ ਹੈ राजकुमार बोल तू आंसर तो लिख के लेके आया पर वो फिर हम तू किमें लिखा मैंने पता नहीं है तू हम उन्होंने एक्सप्लेन कर कि फर्स्ट आंसर तेरा ठीक है वो क्यों ठीक है गिवर ਨੂੰ ਕੀ ਕਰਦੇ ਹੁੰਨੇ ਆਪਾਂ ਕ੍ਰੈਡਿਟ ਦਾ ਗਿਵਰ ਤੇ ਰਿਸੀਵਰ ਨੂੰ ਡੈਬਿਟ ਕਰਦੇ ਆ ਬਸ ਇਹ ਯਾਦ ਰੱਖਣਾ ਹੈ ਕ੍ਰੈਡਿਟ ਦਾ ਗਿਵਰ ਜਾਂ ਐਗੋ ਡੈਬਿਟ ਦਾ ਰਿਸੀਵਰ ਕ੍ਰੈਡਿਟ ਦਾ ਗਿਵਰ ਤੇ ਜਿਹੜਾ ਕੁਝ ਮਿਲਿਆ ਆਪਾਂ ਨੂੰ ਉਹ ਡੈਬਿਟ ਹੋਣਾ ਹੈ ਹੁਣ ਇਹਦਾ ਮਤਲਬ ਇਹ ਹੋਇਆ ਵੀ ਆਪਾਂ ਨੇ ਕੀ ਕਰਨਾ ਹੈ ਗੁੱਡਸ ਪਰਚੇਜ਼ ਕੀਤੀਆਂ ਨੇ ਨਾ ਤਾਂ ਆਪਾਂ ਦਾ ਜਵਾਬ ਐਂ ਲਿਖਾਂਗੇ ਪਰਚੇਜ਼ ਨੂੰ ਆਪਾਂ ਕਰਾਂਗੇ ਡੈਬਿਟ ਤੇ ਕ੍ਰੈਡਿਟ ਕਰ ਦਵਾਂਗੇ ਆਪਾਂ ਰॉयल फार्मेसी ਤੂੰ ਆਨਸਰ ਲਿਖਿਆ ਠੀਕ ਸੀਗਾ ਬਟ ਜਦੋਂ ਤੈਨੂੰ ਮੈਂ ਪੁੱਛਿਆ ਤਾਂ ਤੂੰ ਪਤਾ ਨਹੀਂ ਕਿਉਂ ਗਲਤ ਕਹਿਤਾ मैं कंफ्यूज हो रही तो कोई गल नहीं ਆਪਾਂ ਪ੍ਰੈਕਟਿਸ ਹੋਰ ਕਰਦੇ ਹਾਂ ਤਾਂ ਕਿ ਕਨਫਿਊਜ਼ ਨਾ ਹੋਈਏ ਇਹ ਗੱਲ ਆਈ ਕਲੀਅਰ हाँ जी ਚਲੋ ਹੁਣ ਆਪਾਂ ਸੈਕਿੰਡ ਤੇ ਆਨੇ ਆ ਸੈਕਿੰਡ ਕੁਐਸਚਨ ਹੈਗਾ 2000 ਰੁਪਏ ਆਪਾਂ ਰਾਇਲ ਫਾਰਮੇਸੀ ਨੂੰ ਪੇ ਕਰਤੇ ਇਹਦਾ ਆਨਸਰ ਬੋਲ ਕੀ ਲਿਖੇਗਾ ਤੂੰ ਇਹਦੇ ਚ ਡੈਬਿਟ ਤੇ ਕ੍ਰੈਡਿਟ ਕੀ ਕਰੇਗਾ ਕੀ ਹੋਇਆ ਇਹਦੇ ਬਾਰੇ ਇਹਦੀ ਆਪਾਂ ਚੀਰ ਫਾੜ ਕਰੀਏ 2000 ਰੁਪਏ ਰਾਇਲ ਫਾਰਮੇਸੀ ਨੂੰ ਆਪਾਂ ਪੇ ਕਰਤੇ ਬੋਲ ਇੱਥੇ ਕੀ ਹੋਇਆ ਆਪਾਂ ਆਨਸਰ ਲਿਖਣਾ ਹੈ ਡੈਬਿਟ ਕੌਣ ਤੇ ਕ੍ਰੈਡਿਟ ਕੌਣ प्लीज डेबिट जी कैश अपने कोले आया कि गया हुण ये गल दस इत्थे की आ कैश आपां अपने कोले या तां आया या फिर आपां ने पे कीता है अपने कोलों आपां रिसीव्ड है या फिर आपां गेव है आपां दिता है तू दस इत्थे की है कैश रिसीव होया रकम की लिखी हुई है 2000 रुपये आपां ने रॉयल फार्मेसी नूं दित्ते ने हाँ जी तो फिर इससे कैश आया कि गया गोज आउट कैश की है गोज आउट कैश जा रहा ते ये जो पैसे जा रहे ने ਉਹਦੇ ਬਦਲੇ ਆਇਆ ਕੁਝ ਨਹੀਂ ਹੈਗਾ ਇਹ ਲੈ ਕੌਣ ਰਿਹਾ ਰਾਇਲ ਫਾਰਮੇਸੀ ਰਾਇਲ ਫਾਰਮੇਸੀ ਲੈਣ ਵਾਲਾ ਹੈ जी ਲੈਣ ਵਾਲਾ ਬੰਦਾ ਮਤਲਬ ਇਹ ਰਿਸੀਵਰ ਹੈ ਕਿ ਗਿਵਰ ਹੈ रिसीवर ਰਿਸੀਵਰ ਹੈ ਤਾਂ ਫਿਰ ਨੂੰ ਆਪਾਂ ਕੀ ਕਰਾਂਗੇ डेबिट
ਡੈਬਿਟ ਦਾ ਰਿਸੀਵਰ, ਬਸ ਇਹੀ ਤਾਂ ਆਨਸਰ ਬਣਾਉਣੇ ਆ। ਡੈਬਿਟ ਰਿਸੀਵਰ ਹੈ, ਰਿਸੀਵਰ ਹੈਗਾ ਰਾਇਲ ਫਾਰਮੇਸੀ, ਆਪਾਂ ਰਾਇਲ ਫਾਰਮੇਸੀ ਕ੍ਰੈਡਿਟ ਇਹਨੂੰ ਡੈਬਿਟ ਕਰ ਦਾਂਗੇ, ਕ੍ਰੈਡਿਟ ਕਰ ਦਾਂਗੇ ਕੈਸ਼ ਕੈਸ਼ ਨੂੰ, ਸਾਡੇ ਕੋਲੋਂ ਕੈਸ਼ ਜਾ ਰਿਹਾ। ਅੰਡਰਸਟੈਂਡ? ਹਾਂਜੀ ਲੈਟਸ ਅੱਗੇ ਆਪਾਂ ਚੱਲਦੇ ਹਾਂ ਤੀਜੀ ਐਗਜ਼ਾਮਪਲ, ਤੀਜੀ ਐਕਸਰਸਾਈਜ਼ ਉੱਤੇ। ਤੀਜੀ ਚ ਲਿਖਿਆ ਕੈਸ਼ ਡਿਪੋਜ਼ਿਟਡ ਇਨਟੂ ਸਟੇਟ ਬੈਂਕ ਆਫ ਇੰਡੀਆ ₹5000। ਇਹਦੇ ਚ ਦੱਸ ਹੁਣ ਡੈਬਿਟ ਤੇ ਕ੍ਰੈਡਿਟ ਕੀ ਕਰੇਗਾ? ਡੈਬਿਟ ਕੀ ਹੋਊਗਾ, ਕ੍ਰੈਡਿਟ ਕੀ ਹੋਊਗਾ? प्लीज बोलो, सोच के कंफ्यूज होने की लोड़ नहीं है। ਡੈਬਿਟ ਸਟੇਟ ਆਫ ਬੈਂਕ ਆਫ ਇੰਡੀਆ हाँ ਤੇ ਕ੍ਰੈਡਿਟ ਕੈਸ਼। जी, ये तो क्यों है तो आंसर सही, बट अगर मैं तुम पूछा भी क्यों स्टेट बैंक ऑफ इंडिया डेबिट क्यों है? ਕਿਉਂਕਿ ਉਹਨੂੰ ਪੈਸੇ ਦਿੱਤੇ रूल के मुताबिक ਕਿਹੜਾ रूल ਥੇ ਲੱਗਦੇ ਆ? ਸਟੇਟ ਬੈਂਕ ਆਫ ਇੰਡੀਆ ਨੂੰ ਆਪਾਂ ਦਿੱਤੇ ਨੇ, ਉਹ ਹੈਗਾ ਰਿਸੀਵਰ, ਉਹ ਪ੍ਰਾਪਤ ਕਰਨ ਵਾਲਾ ਹੈ ਇਦਾਂ, ਕਿਉਂਕਿ ਉਹ ਲੈ ਰਿਹਾ ਇਸ ਕਰਕੇ ਆਪਾਂ ਨੂੰ ਡੈਬਿਟ ਕਰ ਦਾਂਗੇ। ਕੈਸ਼ ਕਿਉਂਕਿ ਇਹ ਜਾ ਰਿਹਾ, what goes out, ਇੱਥੇ ਆਪਾਂ ਲਿਖਦੇ what goes out, ਸਾਡੇ ਕੋਲੋਂ ਪੈਸੇ ਜਾ ਰਹੇ ਨੇ, ਜੋ ਸਾਡੇ ਕੋਲੋਂ ਵਸਤੂ ਜਾ ਰਹੀ ਹੈ ਉਹਨੂੰ ਆਪਾਂ ਨੇ ਕ੍ਰੈਡਿਟ ਕਰ ਦੇਣਾ ਹੈ। ਚੌਥੀ ਰਕਮ ਉੱਥੇ ਦੇਖੋ ਕੀ ਹੈ, ਚੌਥੀ ਦੇ ਵਿੱਚ ਲਿਖਿਆ ਨਾ, ਆ ਹੈ ਨਾ ਚੌਥੀ ਚ ਸੇਲ ਆਫ ਗੁੱਡਸ 9120 ਰੁਪਏ, ਤਾਂ ਇੱਥੇ ਦੱਸੋ ਫਿਰ ਕੀ ਕਰੋਗੇ? ਚੌਥੀ ਦਾ ਆਨਸਰ ਆਪਾਂ ਨੇ ਸਮਾਨ ਵੇਚਿਆ 9126 ਰੁਪਏ ਦਾ, 9126 ਦਾ ਸਮਾਨ ਵੇਚਤਾ, ਇੱਕ ਪੈਸੇ ਨਗਦ ਲੈ ਲਏ ਤੋਂ ਗਾਹਕ ਤੋਂ, ਤਾਂ ਇੱਥੇ ਕੀ ਆਇਆ ਤੇ ਕੀ ਗਿਆ, ਜਾਂ ਕੌਣ ਦੇ ਰਿਹਾ ਕੌਣ ਲੈ ਰਿਹਾ, ਕੀ ਇੱਥੇ ਹੋ ਰਿਹਾ, ਉਹਦੇ ਮੁਤਾਬਕ ਆਪਾਂ ਸੋਚੀਏ ਕਿ ਕਿਹੜੇ ਰੂਲ ਦੇ ਮੁਤਾਬਕ ਡੈਬਿਟ ਕ੍ਰੈਡਿਟ ਕੀ ਕਰੀਏ। Yes, Rajkumar, please speak. नहीं दसना। ਇਹ ਸਮਝ ਨਹੀਂ। ਆਪਣੇ ਕੋਲੋਂ ਸਮਾਨ ਚਲਾ ਗਿਆ, ਹਾਂਜੀ। ਜਿਵੇਂ ਦੁਕਾਨ ਹੈ ਨਾ, ਦੁਕਾਨ ਤੇ ਕੋਈ ਗਾਹਕ ਆਇਆ, ਉਹਨੇ कहता ਜੀ ਮੈਨੂੰ ਆਹ ਸਮਾਨ ਦੇ ਦਿਓ, ਉਹਨੇ ਸਮਾਨ ਮੰਗਿਆ, ਆਪਾਂ ਸਮਾਨ ਕੱਢ ਕੇ ਫੜਾਤਾ, ਉਹਨੇ ਪੁੱਛਿਆ ਕਿੰਨੇ ਪੈਸੇ, ਆਪਾਂ ਨੇ ਬਿੱਲ ਬਣਾਇਆ, ਉਹ ਜੋੜ ਸਮਾਨ ਦੀ ਕੀਮਤ ਬਣੀ ਹੈ ਕੁੱਲ 9126 ਰੁਪਏ, ਉਹ ਆਪਾਂ ਨੂੰ 9126 ਰੁਪਏ ਦੇ ਗਿਆ। ਹੁਣ ਦੁਕਾਨ ਦੇ ਵਿੱਚ ਸਾਡੇ ਕੋਲ ਕੀ ਹੋਇਆ, ਪੈਸੇ ਆ ਗਏ ਹਾਂਜੀ ਔਰ ਸਮਾਨ ਤੇ ਚਲਿਆ ਗਿਆ। तो आए की ने ਕੈਸ਼ कैश आया, ਆਪਾਂ ਐ ਸੋਚ ਲਈ ਕੈਸ਼ ਰਿਸੀਵ ਹੋਇਆ, ਹਾਂਜੀ ਡੈਬਿਟ ਕੈਸ਼ ਰਿਸੀਵ ਦਾ ਤਾਂ ਕੈਸ਼ ਨੂੰ ਡੈਬਿਟ ਕਰ ਦਾਂਗੇ, ਠੀਕ ਹੈ। ਤੇ ਤੇ ਕ੍ਰੈਡਿਟ ਕੀ ਕਰਾਂਗੇ? ਗੁੱਡਸ ਆਪਣੇ ਕੋਲੋਂ ਸਮਾਨ ਚਲੇ ਗਿਆ, ਆਪਾਂ ਗੁੱਡਸ ਨੂੰ ਕ੍ਰੈਡਿਟ ਕਰ ਦਾਂਗੇ। ਗੁੱਡਸ ਨੂੰ ਆਪਾਂ ਸੇਲ ਲਿਖ ਲਈਏ ਤਾਂ ਜ਼ਿਆਦਾ ਚੰਗਾ ਹੈ, ਠੀਕ ਹੈ। ਯਾਨੀ ਜੇ ਗੁੱਡਸ ਗਈਆਂ ਨੇ ਤਾਂ ਆਪਾਂ ਨੂੰ ਗੁੱਡਸ ਦੀ ਜਗ੍ਹਾ ਤੇ ਸੇਲ ਲਿਖ ਦਈਏ, ਜੇ ਗੁੱਡਸ ਆਈਆਂ ਨੇ ਤਾਂ ਆਪਾਂ ਗੁੱਡਸ ਆਈਆਂ ਨੂੰ ਪਰਚੇਜ਼ ਕਹਿ ਦਈਏ। ਚਲੋ ਗੁੱਡਸ ਅਕਾਊਂਟ ਕ੍ਰੈਡਿਟ, ਕੈਸ਼ ਅਕਾਊਂਟ ਡੈਬਿਟ, ਇਹ ਗੱਲ ਹੋਈ ਕਲੀਅਰ। ਹਾਂਜੀ ਹੁਣ ਪੰਜਵਾਂ ਆਨਸਰ ਦੇ, ਪੰਜਵੇਂ ਦੇ ਵਿੱਚ ਕੀ ਲਿਖਿਆ ਹੈ? ਨੈਕਸਟ ਐਂਟਰੀ ਸਾਹਮਣੇ ਦਿਖ ਰਹੀ ਹੈ ਨਾ, ਹਾਂਜੀ ਕੈਸ਼ ਵਿਡਰਾਲ, ਆਪਾਂ ਨੇ ਪੈਸੇ ਕਢਵਾਏ ਨੇ 3000 ਰੁਪਏ ਬੈਂਕ ਚੋਂ, ਹਾਂਜੀ ਸਟੇਟ ਬੈਂਕ ਆਫ ਇੰਡੀਆ 'ਚ ਸਾਡਾ ਅਕਾਊਂਟ ਹੈ, ਆਪਣੇ ਪੈਸੇ ਆਪਣੇ ਬੈਂਕ ਚੋਂ ਹੀ ਕਢਵਾ ਲਏ, ਕੈਸ਼ ਲਿਆਂਦਾ, ਤਾਂ ਇੱਥੇ ਫਿਰ ਕੀ ਹੋਇਆ? ਕਿਹੜੇ ਕਿਹੜੇ ਦੋ ਖਾਤੇ ਜਿਨ੍ਹਾਂ ਨਾਲ ਇਹ ਐਂਟਰੀ, ਜਿਹਨਾਂ ਖਾਤਿਆਂ 'ਚ ਐਂਟਰੀ ਜਾਊਗੀ, ਉਹ ਦੋ ਖਾਤੇ ਕਿਹੜੇ ਕਿਹੜੇ ਨੇ? ਡੈਬਿਟ ਕੈਸ਼ ਹਾਂ ਡੈਬਿਟ ਕੈਸ਼, ਕਿਉਂ ਕਿਉਂਕਿ ਉਹ ਪੈਸੇ ਲਿੱਤੇ। ਡੈਬਿਟ ਕੈਸ਼? ਕਿਉਂਕਿ ਕੈਸ਼ ਆਪਣੇ ਕੋਲੇ ਆਇਆ, ਹਾਂਜੀ what comes in, ਜੋ ਆਇਆ ਉਹ ਡੈਬਿਟ ਕਰਦੇ ਹੁੰਦੇ ਆ। ਤੇ ਕ੍ਰੈਡਿਟ SBI, ਕ੍ਰੈਡਿਟ SBI, ਕਿਉਂ? ਉਹਨੇ ਪੈਸੇ ਦਿੱਤੇ। ਉਹ ਗਿਵਰ ਹੈ, ਹਾਂਜੀ ਕ੍ਰੈਡਿਟ ਦਾ ਗਿਵਰ, ਕਿਉਂਕਿ ਉੱਤੋਂ ਪੈਸੇ ਆਏ ਨੇ, ਉਹ ਗਿਵਰ ਹੈ, ਉਹਨੂੰ ਕ੍ਰੈਡਿਟ ਕਰਦਾ। ਅਮਾਉਂਟ ਦੋਨਾਂ ਦੇ ਵਿੱਚ ਸੇਮ ਹੋਣੀ ਹੈ, ਕਿੰਨੀ ਜਿੰਨੇ ਰੁਪਏ ਆਪਾਂ ਨੇ ਪੈਸੇ ਕਢਾਏ ਨੇ, 3000 ਦੀ ਐਂਟਰੀ ਹੈ, 3000 ਰੁਪਏ ਆਪਾਂ ਇੱਥੇ ਵੀ ਲਿਖਣੇ ਆ, ਤੇ 3000 ਆਪਾਂ ਇੱਥੇ ਵੀ ਲਿਖਣੇ ਆ, ਐਦਾਂ ਐਂਟਰੀ ਦੇਣੀ ਹੈ, ਐਦਾਂ ਜਵਾਬ ਲਿਖਣਾ। ਇਜ਼ ਇਟ ਕਲੀਅਰ? ਇਸ ਤੋਂ ਅੱਗੇ ਚੱਲੋ, ਅਗਲਾ ਸਵਾਲ ਕੀ ਹੈ ਜੀ, ਨੰਬਰ 6ਵਾਂ। ਪੇਮੈਂਟ हाँ 6वां ਤੁਹਾਡਾ ਗੱਲ ਸੀਗਾ, मैं 6वां ਹੁਣ ਗੱਲ ਕਰਦੇ ਹਾਂ। ਕੋਈ ਹੁਣ ਸੋਚੋ, ਪੇਮੈਂਟ ਰਿਸੀਵਡ ਫਰੋਮ ਰਾਇਲ ਫਾਰਮੇਸੀ 15620 ਬਾਈ ਚੈੱਕ,
ਚੈੱਕ ਦੇ ਦੁਆਰਾ ਆਪਾਂ ਨੂੰ ਪੈਸੇ ਮਿਲੇ ਨੇ 15620। ਹੁਣ ਚੈੱਕ ਜਦੋਂ ਆਪਾਂ ਨੂੰ ਕੋਈ ਪਰਸਨ ਕੋਈ ਵਿਅਕਤੀ ਚੈੱਕ ਦਿੰਦਾ ਆ, ਐਂਟਰੀ ਆ ਹੈ ਨਾ, ਹਾਂਜੀ ਜਦੋਂ ਆਪਾਂ ਨੂੰ ਕੋਈ ਵਿਅਕਤੀ ਨੇ ਆਪਾਂ ਪੇਮੈਂਟ ਦਿੱਤੀ, ਸੌਰੀ ਮੈਂ ਪਤਾ ਨਹੀਂ ਕਿੱਥੇ ਤੁਹਾਨੂੰ ਚਲੇ ਗਿਆ, ਪੇਮੈਂਟ ਮੇਡ, ਆਪਾਂ ਨੇ ਪੇਮੈਂਟ ਦਿੱਤੀ ਹੈ, ਕਿਹਨੂੰ ਦਿੱਤੀ ਹੈ? ਰਾਇਲ ਫਾਰਮੇਸੀ ਨੂੰ, ਬਾਈ ਚੈੱਕ। ਹੁਣ ਜਦੋਂ ਆਪਾਂ ਚੈੱਕ ਦਿੱਤਾ ਤਾਂ ਫਿਰ ਇਹਦਾ ਮਤਲਬ ਸਾਡੇ ਕੋਲੋਂ ਕੀ ਜਾਊਗਾ? ਸਾਡੇ ਕੋਲੋਂ ਕੋਈ ਵਸਤੂ ਨਹੀਂ ਗਈ, पेमेंट ਪੇਮੈਂਟ ਚੈੱਕ ਰਾਹੀਂ ਦਿੱਤੀ ਤਾਂ ਸਾਡੇ ਖਾਤੇ, ਚੈੱਕ ਦੇ ਉੱਤੇ ਲਿਖਤਾ ਹੋਊਗਾ ਨਾ ਮੈਂ, ਪੇ ਟੂ ਰਾਇਲ ਫਾਰਮੇਸੀ, ਹਾਂਜੀ ਚੈੱਕ ਦੇ ਉੱਤੇ ਰਾਇਲ ਫਾਰਮੇਸੀ ਨਾਮ ਭਰ ਕੇ ਸਾਈਨ ਕਰਕੇ ਅਮਾਉਂਟ ਭਰ ਦਿੱਤੀ 15620, ਤੇ ਇਹ ਮੈਂ ਚੈੱਕ ਦੇਤਾ। ਤੇ ਰਾਇਲ ਫਾਰਮੇਸੀ ਵਾਲਾ ਬੰਦਾ ਜਿਹੜਾ ਹੈਗਾ ਉਹ ਜਦੋਂ ਚੈੱਕ ਨੂੰ ਦੇਤਾ, ਉਹ ਚੈੱਕ ਨੂੰ ਕੀ ਕਰੂਗਾ? बैंक च ਉਹ ਆਪਣੇ ਬੈਂਕ ਦੇ ਖਾਤੇ ਜਮ੍ਹਾਂ ਕਰਵਾ ਦਊਗਾ। ਹਾਂਜੀ ਫਿਰ ਬੈਂਕ ਕੀ ਕਰੂਗਾ? ਉਹ ਜਿਹੜੀ ਪੇਮੈਂਟ ਹੈ ਉਹਨਾਂ ਕੋਲੇ ਕਿਵੇਂ ਪਹੁੰਚੂਗੀ? चेक दे ਚੈੱਕ ਦੇ ਥਰੂ। ਜਦੋਂ ਮੈਂ ਉਹਨੂੰ ਚੈੱਕ ਦੇਤਾ ਤਾਂ ਚੈੱਕ ਨੂੰ ਉਹ ਬੈਂਕ ਜਮ੍ਹਾਂ ਕਰਾਊਗਾ। ਫਿਰ ਉਸ ਤੋਂ ਬਾਅਦ ਕੀ ਹੋਊਗਾ? ਉਹਨੂੰ ਚੈੱਕ ਮਿਲ ਗਿਆ ਤਾਂ ਹੋਊਗਾ ਇਹ, ਕੀ ਹੋਊਗਾ ਦੱਸੋ? ਬੈਂਕ ਨੇ ਉਹ ਚੈੱਕ ਦੇਖ ਕੇ ਬੈਂਕ ਨੇ ਮੇਰੇ ਖਾਤੇ ਚੋਂ ਰੁਪਏ ਕੱਢ ਲੈਣੇ ਆ, ਕੱਟ ਲੈਣੇ ਆ ਤੇ ਉਧਰ ਜੋੜ ਦੇਣੇ ਉਧਰ ਪਾ ਦੇਣੇ ਆ, ਮੇਰੇ ਖਾਤੇ ਚੋਂ ਪੈਸੇ ਕੱਟੇ ਗਏ ਉਧਰ ਚਲੇ ਗਏ। ਇਹਦਾ ਮਤਲਬ ਜਿਹੜੀ ਪੇਮੈਂਟ ਹੈ ਉਹ ਬੈਂਕ ਨੇ ਪੇ ਕਰ ਦੇਣੀ ਹੈ, ਮੇਰੇ ਕੋਲੋਂ ਪੈਸਾ ਲੱਗਦਾ ਨਹੀਂ ਗਿਆ, ਮੇਰੇ ਬੈਂਕ ਦੇ ਵਿੱਚੋਂ ਪੈਸੇ ਜਾ ਰਹੇ ਨੇ। ਮਤਲਬ ਜਿਵੇਂ ਚੈੱਕ ਦਿੱਤਾ, ਇਟ ਮੀਨਸ ਕਿ ਪੇਮੈਂਟ ਦੇਣ ਵਾਲਾ ਬੈਂਕ ਹੈ। ਕਿਹੜਾ ਬੈਂਕ ਹੈ? ਹੁਣ ਉੱਪਰਲੀਆਂ ਐਂਟਰੀਆਂ ਤੋਂ ਇਹ ਪਤਾ ਲੱਗਦਾ ਕਿ ਮੇਰਾ ਖਾਤਾ ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਹੈ, ਤੇ ਇਹਦਾ ਮਤਲਬ ਕਿ ਆਬਵੀਅਸ ਹੈ ਕਿ ਮੈਂ ਚੈੱਕ ਵੀ ਸਟੇਟ ਬੈਂਕ ਆਫ ਇੰਡੀਆ ਦਾ ਦਿੱਤਾ ਹੋਊਗਾ। ਹਾਂਜੀ ਤਾਂ ਇਹਦਾ ਮਤਲਬ ਹੈ ਕਿ ਮੇਰੇ ਸਟੇਟ ਬੈਂਕ ਆਫ ਇੰਡੀਆ ਦੇ ਖਾਤੇ ਚੋਂ ਪੈਸੇ ਘਟਣਗੇ, ਰਾਇਲ ਫਾਰਮੇਸੀ ਦੇ ਖਾਤੇ 'ਚ ਪੈਸੇ ਜਾ ਪਹੁੰਚਣੇ ਆ, ਹੈ ਨਹੀਂ? ਹਾਂਜੀ ਤਾਂ ਆਪਾਂ ਇਹਦੀ ਐਂਟਰੀ ਐ ਬਣਾਵਾਂਗੇ, ਡੈਬਿਟ ਕਰਾਂਗੇ रॉयल फार्मेसी ਰਾਇਲ ਫਾਰਮੇਸੀ, क्रेडिट टू Check. बैंक अकाउंट ਹਾਂ ਇਹਨੂੰ ਕਰਾਂਗੇ ਡੈਬਿਟ, ਕਿਉਂਕਿ ਇਹ ਹੈਗਾ ਰਿਸੀਵਰ, ਇਹਨੂੰ ਆਪਾਂ ਪੈਸੇ ਦਿੱਤੇ ਪਰ ਆਪਣੇ ਕੋਲੋਂ ਗਿਆ ਕੈਸ਼ ਨਹੀਂ ਹੈ, ਆਪਾਂ ਕ੍ਰੈਡਿਟ ਕਰ ਦੇਵਾਂਗੇ बैंक ਬੈਂਕ, ਸਟੇਟ ਬੈਂਕ ਆਫ ਇੰਡੀਆ, ਪੂਰਾ ਨਾਮ ਲਿਖਿਆ ਜਾਵੇ ਸਟੇਟ ਬੈਂਕ ਆਫ ਇੰਡੀਆ। ਇਹ ਹੋ ਗਿਆ ਗਿਵਰ, ਤਾਂ ਕਰਕੇ ਇਹਨੂੰ ਗਿਵਰ ਨੂੰ ਕ੍ਰੈਡਿਟ ਕਰਨਾ ਹੈ। ਅਮਾਉਂਟ ਕਿੰਨੀ ਆਊਗੀ? ਜਿੰਨੀ ਡੈਬਿਟ ਚ ਉਨੀ ਹੀ ਕ੍ਰੈਡਿਟ ਚ। ਹੁਣ ਕੋਈ ਡਾਊਟ ਤਾਂ ਨਹੀਂ ਆ? नहीं सर ਅੱਛਾ, ਹੁਣ ਆਪਾਂ 7ਵੀਂ ਐਂਟਰੀ ਤੇ ਚੱਲਦੇ ਹਾਂ। 7ਵੀਂ ਦਾ ਰਾਜਕੁਮਾਰ ਕੀ ਆਨਸਰ ਹੈ? ਦੇਖ ਪੜ੍ਹ ਕੇ ਰਕਮ। 7ਵੀਂ ਐਂਟਰੀ ਵਿੱਚ ਲਿਖਿਆ ਹੈ ਕੈਸ਼ 3000 ਰੁਪਏ ਰਿਸੀਵ ਹੋਏ ਨੇ ਆਪਾਂ ਨੂੰ ਰਣਜੀਤ ਸਿੰਘ ਤੋਂ। ਹਾਂਜੀ ਰਣਜੀਤ ਸਿੰਘ ਸਾਡਾ ਕਸਟਮਰ ਹੈ। ਹਾਂ, ਰਣਜੀਤ ਸਿੰਘ ਸਾਡਾ ਕਸਟਮਰ ਹੈ। ਹਾਂਜੀ ਰਣਜੀਤ ਸਿੰਘ ਤੋਂ ਪੈਸੇ ਆਏ ਨੇ, ਬੋਲਦੇ ਆਨਸਰ। ਕੈਸ਼ ਆਇਆ ਆਪਣੇ ਕੋਲੇ? ਹਾਂਜੀ ਤੇ ਡੈਬਿਟ ਡੈਬਿਟ ਕੀ ਕਰਾਂਗੇ? ਕੈਸ਼ ਹਾਂ ਠੀਕ ਹੈ, ਤੇ ਕ੍ਰੈਡਿਟ ਰਣਜੀਤ ਸਿੰਘ ਕ੍ਰੈਡਿਟ ਰਣਜੀਤ ਸਿੰਘ ਰਣਜੀਤ ਸਿੰਘ ਦੇਣ ਵਾਲਾ ਆ, ਉਹਨੂੰ ਕ੍ਰੈਡਿਟ ਕਰ ਦਿਓ। ਗੁੱਡ। 8ਵੇਂ ਤੇ ਦੱਸੋ ਜੀ ਕੀ ਆਊਗਾ ਫਿਰ? ਗੁੱਡਸ ਪਰਚੇਜ਼ਡ ਫਰੋਮ ਰਾਇਲ ਫਾਰਮੇਸੀ ਬਾਈ ਕੈਸ਼। ਆਪਾਂ ਰਾਇਲ ਫਾਰਮੇਸੀ ਤੋਂ ਸਮਾਨ ਕੈਸ਼ ਲਿਆਂਦਾ, ਮਤਲਬ ਸਮਾਨ ਲਿਆ ਕੇ ਉਹਨੂੰ ਪੈਸੇ ਉਧਾਰ ਨਹੀਂ ਕੀਤੇ, ਨਗਦ ਦੇਤੇ। ਇੱਕ ਇੱਥੇ ਐਂਟਰੀ ਪਹਿਲਾਂ ਵੀ ਸੀ ਇੱਕ ਇਦਾਂ ਦੀ ਗੁੱਡਸ ਪਰਚੇਜ਼ ਵਾਲੀ, ਇੱਕ ਆ ਐਂਟਰੀ ਹੈ ਨਾ, ਇੱਕ ਆ ਸੀ ਪਹਿਲੇ ਨੰਬਰ ਤੇ ਐਂਟਰੀ ਹੈ ਜਿਹੜੀ ਗੁੱਡਸ ਪਰਚੇਜ਼ਡ। ਇਹ ਹੈਗੀ ਆ ਔਨ ਕ੍ਰੈਡਿਟ। ਆਪਾਂ ਨੇ ਇਹਨੂੰ ਪੈਸੇ ਦੇ ਕੇ ਨਹੀਂ ਲੈ ਕੇ ਆਂਦੇ, ਉਹਨੂੰ ਕਹਿੰਦਾ ਜੀ ਪੈਸੇ ਬਾਅਦ ਚ ਦੇ ਦਾਂਗੇ। ਇੱਥੇ ਆਪਾਂ ਸਮਾਨ ਤੋਂ ਲੈ ਕੇ ਉਹਨੂੰ ਪੇਮੈਂਟ ਨਾਲ ਦੀ ਨਾਲ ਕਰ ਜਾਂਦੀ, ਉਹਨੂੰ ਕਹਿੰਦਾ ਆ ਲਓ ਜੀ ਪੈਸੇ, ਨਗਦ ਸਮਾਨ ਲਿਆਂਦਾ। ਤਾਂ ਹੁਣ ਜੇ ਨਗਦ ਸਮਾਨ ਲੈ ਕੇ ਆਂਦਾ ਤਾਂ ਇਹਦਾ ਜਵਾਬ ਦੱਸੀ ਰਾਜਕੁਮਾਰ, ਤੂੰ ਹੀ ਦੱਸੀ ਕੀ ਬਣੂਗਾ? ਡੈਬਿਟ ਕੀ ਕਰਾਂਗੇ? ਡੈਬਿਟ ਜੀ ਕੈਸ਼। ਆਪਣੇ ਕੋਲ ਕੈਸ਼ ਆਇਆ? ਹਾਂਜੀ ਕੈਸ਼ ਥੋੜੀ ਆਇਆ, ਝੂਠ ਬੋਲਦਾ ਤੂੰ। ਆਪਾਂ ਨੇ ਸਮਾਨ ਲਿਆਂਦਾ ਰਾਇਲ ਕੰਪਿਊਟਰ, ਰਾਇਲ ਫਾਰਮੇਸੀ ਤੋਂ। ਹਾਂਜੀ ਰਾਇਲ ਫਾਰਮੇਸੀ ਤੋਂ ਸਮਾਨ ਲਿਆਂਦਾ ਫਾਰਮੇਸੀ ਹੋ ਗਈ ਹੈ। ਜਦੋਂ ਡਾਊਟ ਸੀ ਕੋਈ ਨਹੀਂ, ਸੋਚ ਲੈ, ਆਪਾਂ ਟਾਈਮ ਦੇ ਦਿੰਨੇ ਆ। ਰਾਇਲ ਫਾਰਮੇਸੀ ਤੋਂ ਆਪਾਂ ਸਮਾਨ ਲਿਆਂਦਾ, ਆਪਣੀ ਦੁਕਾਨ ਦੇ ਵਿੱਚ ਸਮਾਨ ਆ ਗਿਆ। ਹਾਂਜੀ ਇਸ ਚੀਜ਼ ਨੂੰ ਨਾ, ਇਹ ਜਿਹੜੀ ਇਹਨੂੰ ਪਿਕਚਰ ਬਣਾ, ਇਹਦੀ ਪਿਕਚਰ ਬਣਾ ਤੂੰ। ਜਦੋਂ ਆਪਾਂ ਐਂਟਰੀਆਂ ਬਣਾਉਣੀਆਂ ਨੇ, ਆਪਾਂ ਇਹ ਮੰਨ ਲੈਣਾ ਕਿ ਮੈਂ ਆਪ ਇੱਕ ਦੁਕਾਨ ਹੈ, ਦੁਕਾਨ ਦੇ ਵਿੱਚ ਕੀ ਆਇਆ ਕੀ ਗਿਆ, ਕੌਣ ਲੈ ਗਿਆ ਜਾਂ ਕੌਣ ਦੇ ਗਿਆ।
ਬਈ ਇਹ ਚੀਜ਼ਾਂ ਸੋਚਣੀਆਂ ਨੇ। ਹੁਣ ਇੱਥੇ ਕੀ ਹੋਇਆ, ਰਾਇਲ ਫਾਰਮੇਸੀ ਤੋਂ ਆਪਾਂ ਨੇ ਸਮਾਨ ਲੈ ਕੇ ਆਂਦਾ, ਹਾਂਜੀ ਤਾਂ ਆਪਣੇ ਕੋਲੇ ਕੀ ਆਇਆ, ਅਹ, ਪਿਕਚਰ ਬਣਾ, ਆਪਣੇ ਕੋਲੇ ਕੀ ਆਇਆ, ਸਮਾਨ ਸਮਾਨ ਆ ਗਿਆ। ਤਾਂ ਜਿਹੜੀ ਚੀਜ਼ ਆਈ ਉਹਨੂੰ ਕੀ ਕਰਨਾ ਹੁੰਦਾ ਹੈ, ਡੈਬਿਟ ਡੈਬਿਟ what comes in। ਤਾਂ ਇੱਥੇ ਆਪਾਂ ਡੈਬਿਟ ਕਰਾਂਗੇ ਗੁੱਡਸ ਪਰਚੇਜ਼ ਨੂੰ, ਗੁੱਡਸ ਕਹਿ ਦੋ, ਜਾਂ ਮੈਂ ਤੁਹਾਨੂੰ ਪਹਿਲੇ ਕਿਹਾ ਵੀ ਜਿਹਦੇ ਸਮਾਨ ਆਇਆ ਉਹਨੂੰ ਪਰਚੇਜ਼ ਅਕਾਊਂਟ ਲਿਖ ਦਿਓ। ਡੈਬਿਟ ਹੋ ਗਿਆ ਗੁੱਡਸ 5420 50 ਰੁਪਏ ਦੀਆਂ, ਤੇ ਕ੍ਰੈਡਿਟ ਕੀ ਕਰੋਗੇ, ਰॉयल फार्मेसी ਨਾ 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 ਨਾ, ਰਾਇਲ ਫਾਰਮੇਸੀ ਤੋਂ ਆਪਾਂ ਨੇ ਸਮਾਨ ਨਗਦ ਲਿਆਂਦਾ, ਆਪਣੇ ਕੋਲੋਂ ਪੈਸਾ ਚਲਾ ਗਿਆ, ਰਾਇਲ ਫਾਰਮੇਸੀ ਤੋਂ ਲਿਆਂਦਾ ਪਰ ਉਹਨੂੰ ਤਾਂ ਆਪਾਂ ਪੈਸੇ ਦੇਤੇ ਨਾ, ਆਪਣੇ ਕੋਲੋਂ ਕੈਸ਼ ਚਲਾ ਗਿਆ। ਜੇ ਉਧਾਰ ਲੈ ਕੇ ਆਉਂਦੇ ਤਾਂ ਆਪਾਂ ਰਾਇਲ ਫਾਰਮੇਸੀ ਨੂੰ ਕ੍ਰੈਡਿਟ ਕਰਨਾ ਸੀ, ਜੇ ਨਗਦ ਲੈ ਕੇ ਆਂਦਾ ਤਾਂ ਇਹਦਾ ਮਤਲਬ ਰਾਇਲ ਫਾਰਮੇਸੀ ਦਾ ਕੋਈ ਰੋਲ ਨਹੀਂ ਹੈ ਪੈਸੇ ਸਮਾਨ ਦੇਣ 'ਚ, ਸਾਡੇ ਪੈਸਿਆਂ ਕਰਕੇ ਸਮਾਨ ਆਇਆ, ਸਾਡੇ ਕੋਲੋਂ ਪੈਸੇ ਚਲੇ ਗਏ, ਕੈਸ਼ ਕ੍ਰੈਡਿਟ ਕਰਾਂਗੇ ਕੈਸ਼ ਨੂੰ। 5450 ਐਂਟਰੀ ਐ ਹੋਊਗੀ। ਤਦੀ ਮੈਂ ਤੁਹਾਡੀ ਆਨਸਰ ਤੇ ਕੁਐਸਚਨ ਮਾਰਕ ਲਗਾਇਆ, ਉਹਦੇ ਵਿੱਚ ਇਹੀ ਗਲਤੀ ਹੈ, ਤੁਸੀਂ ਉੱਥੇ ਰਾਇਲ ਫਾਰਮੇਸੀ ਨੂੰ ਕ੍ਰੈਡਿਟ ਕੀਤਾ ਹੈ। ਜੇ ਅਗਰ ਉਧਾਰ ਲੈ ਕੇ ਆਉਂਦਾ ਹੋਵੇ ਫਿਰ ਤਾਂ ਤੁਹਾਡੀ ਐਂਟਰੀ ਠੀਕ ਹੈ, ਰਾਇਲ ਫਾਰਮੇਸੀ ਨੂੰ ਕ੍ਰੈਡਿਟ ਕਰਨਾ ਹੈ, ਬਟ ਬਿਕੋਜ਼ ਕਿ ਆਪਾਂ ਪਰਚੇਸ ਕੀਤੀ ਹੈ ਕੈਸ਼, ਤਾਂ ਰਾਇਲ ਫਾਰਮੇਸੀ ਦੇ ਖਾਤੇ 'ਚ ਐਂਟਰੀ ਜਾਣੀ ਨਹੀਂ ਹੈਗੀ। ਇੱਥੇ ਇੱਕ ਗੱਲ ਮੈਂ ਹੋਰ ਕਲੀਅਰ ਕਰਨੀ ਚਾਹੁੰਦਾ ਹਾਂ ਕਿ ਜਦੋਂ ਅਸੀਂ ਕਿਸੇ ਵੀ ਵਿਅਕਤੀ ਨਾਲ ਉਧਾਰ ਲੈਣ ਦੇਣ ਕਰਦੇ ਹਾਂ ਦੈਨ ਉਹ ਵਿਅਕਤੀ ਦਾ ਸਾਡੇ ਬੈਂਕ ਸਾਡੇ ਅਕਾਊਂਟ 'ਚ ਉਹਦਾ ਨਾਮ ਆਊਗਾ, ਜ਼ਿਕਰ ਆਊਗਾ। ਜੇ ਅਗਰ ਆਪਾਂ ਉਹ ਤੋਂ ਉਧਾਰ ਨਹੀਂ ਨਗਦ ਲੈ ਕੇ ਆਂਦਾ ਜਾਂ ਨਗਦ ਵੇਚਿਆ, ਫਿਰ ਆਪਾਂ ਉਹ ਖਾਤੇ 'ਚ ਐਂਟਰੀ ਨਹੀਂ ਪਾਉਣੀ ਹੈਗੀ, ਚਾਹੇ ਉਹ ਉਧਾਰ ਲੈ ਰਿਹਾ ਜਾਂ ਅਸੀਂ ਉਧਾਰ ਲੈ ਰਹੇ ਹਾਂ, ਓਕੇ ਕਿਉਂਕਿ ਨਗਦ ਸਮਾਨ ਲੈ ਲਿਆ ਤਾਂ ਆਪਾਂ ਨੇ ਕੈਸ਼ ਨੂੰ ਕ੍ਰੈਡਿਟ ਕਰਤਾ। ਰਾਇਲ ਫਾਰਮੇਸੀ ਦੇ ਖਾਤੇ 'ਚ ਐਂਟਰੀ ਪਾਤੀ ਤਾਂ ਇਹਦਾ ਮਤਲਬ ਇਹ ਬਣ ਜਾਊਗਾ ਕਿ ਰਾਇਲ ਫਾਰਮੇਸੀ ਤੋਂ ਆਪਾਂ ਸਮਾਨ ਉਧਾਰਾ ਲੈ ਕੇ ਆਂਦਾ, ਫਿਰ ਆਪਣੇ ਪੈਸੇ ਖੜੇ ਹੋਣੇ ਵੀ ਦੇਣੇ ਆ, ਆਪਾਂ ਦੁਬਾਰਾ ਪੇ ਕਰ ਦਾਂਗੇ। ਜੇ ਆਪਾਂ ਐਂਟਰੀ ਗਲਤ ਪਾ ਦਈਏ ਉਹਦਾ ਨੁਕਸਾਨ ਕੀ ਹੋਊਗਾ, ਮਾਲਕ ਨੇ ਮੰਨ ਲਓ ਚੈੱਕ ਨਹੀਂ ਕੀਤਾ, ਸਪੋਜ਼ ਕਰੋ ਮੈਂ ਓਨਰ ਹਾਂ, ਤੁਸੀਂ ਅਕਾਊਂਟੈਂਟ ਹੋ, ਤੁਸੀਂ ਐਂਟਰੀ ਪਾ, ਤਾਂ ਜਦੋਂ ਮੈਂ ਬਾਅਦ 'ਚ ਦੇਖੂੰਗਾ ਖਾਤਾ ਲੈਜਰ 'ਚ ਬਣਿਆ ਹੋਇਆ, ਮੈਂ ਕਹੂੰਗਾ 5450 ਰੁਪਏ ਦੇਣੇ ਆ, ਮੈਂ ਦੁਬਾਰਾ ਪੇ ਕਰ ਦੂੰਗਾ, ਮੇਰਾ ਨੁਕਸਾਨ ਹੋ ਜਾਊਗਾ। ਆਪਾਂ ਐਂਟਰੀ ਉਹਦੇ ਖਾਤੇ 'ਚ ਕ੍ਰੈਡਿਟ ਤਾਂ ਕਰਨੀ ਹੈ ਜੇ ਆਪਾਂ ਉਹ ਤੋਂ ਉਧਾਰ ਲੈ ਕੇ ਆਂਦਾ ਉਹਦੇ ਦੇਣੇ ਆ। ਅੱਛਾ ਇਦਾਂ ਹੀ ਅੱਗੇ ਚਲੋ, ਨੈਕਸਟ 9ਵੀਂ ਐਗਜ਼ਾਮਪਲ 'ਚ ਕੀ ਲਿਖਿਆ ਹੈ, ਕੈਸ਼ 16000 ਰੁਪਏ ਪੇਡ ਟੂ ਸੁਨੀਲ ਕੁਮਾਰ ਪ੍ਰੋਪਰਾਈਟਰ ਫਾਰ ਹੋਮ ਯੂਜ਼। हाँ जी, राजकुमार का आंसर बोल किया होगा, मैं एंट्री हाईलाइट कर दूँ, आ एंट्री है, इसका जवाब की होगा, यस डेबिट सुनील कुमार, आप सुनील कुमार ਨੂੰ पेमेंट की है, ਹਾਂਜੀ ਤੇ ਕ੍ਰੈਡਿਟ ਕੀ ਆਊਗਾ, ਕੈਸ਼ ਹਾਂ ਇੱਥੇ ਮੈਂ ਇੱਕ ਚੀਜ਼ ਹੋਰ ਨਾਲ ਕਲੀਅਰ ਕਰਨੀ ਚਾਹੁੰਦਾ ਆ। ਸੁਨੀਲ ਕੁਮਾਰ ਪਤਾ ਕੌਣ ਹੈ, ਤੂੰ ਜਾਣਦੇ ਹੋ? ਜਿੱਦਾਂ ਆ ਕੰਪਨੀ ਹੈ, ਇਸ ਕੰਪਨੀ ਦਾ ਜਿਹੜਾ ਮਾਲਕ ਹੈ ਉਹਦਾ ਨਾਮ ਹੈ ਸੁਨੀਲ ਕੁਮਾਰ, ਪਿੱਛੇ ਲਿਖਿਆ ਨਹੀਂ ਸੁਨੀਲ ਕੁਮਾਰ ਪ੍ਰੋਪਰਾਈਟਰ। ਪ੍ਰੋਪਰਾਈਟਰ ਦਾ ਮਤਲਬ ਹੁੰਦਾ ਆ ਇਹ ਬਿਜ਼ਨਸ ਨੂੰ ਰਨ ਕਰਨ ਵਾਲਾ ਜਾਂ ਮਾਲਕ ਇਹਦਾ ਇਹ ਸੁਨੀਲ ਕੁਮਾਰ ਹੈ। ਤੋ ਜਦੋਂ ਪ੍ਰੋਪਰਾਈਟਰ ਪੈਸੇ ਲੈ ਜਾਵੇ ਜਾਂ ਉਹ ਪੈਸੇ ਦੇ ਜਾਵੇ, ਉਹਨੂੰ ਵੀ ਆਪਾਂ ਥਰਡ ਪਾਰਟੀ ਮੰਨਾਂਗੇ। ਪ੍ਰੋਪਰਾਈਟਰ ਨੂੰ ਇਹ ਨਹੀਂ ਵੀ ਮਾਲਕ ਪੈਸੇ ਲੈ ਗਿਆ, ਜਿੱਦਾਂ ਮੰਨ ਲਓ ਇਹ ਫਰਮ ਮੇਰੀ ਹੈ, ਇਸ ਫਰਮ 'ਚ ਪੈਸੇ ਤੁਹਾਡੇ ਤੋਂ ਫੀਸ ਆ ਗਈ ਜਾਂ ਹੋਰ ਕਿਤੋਂ ਰੈਵਨਿਊ ਆਇਆ, ਉਹ ਜਿਹੜੇ ਪੈਸੇ ਆਏ ਨੇ ਉਹ ਮੇਰੇ ਨਹੀਂ ਹੈਗੇ, ਉਹ ਫਰਮ ਦੇ ਪੈਸੇ ਨੇ। ਜੇ ਅਗਰ ਉਹਨਾਂ ਪੈਸਿਆਂ ਵਿੱਚੋਂ ਕੋਈ ਅਮਾਊਂਟ ਮੈਂ ਆਪਣੇ ਘਰੇ ਲੈ ਜਾਵਾਂ ਤਾਂ ਅਕਾਊਂਟੈਂਟ ਐਜ਼ ਏ ਅਕਾਊਂਟੈਂਟ ਮੈਂ ਐਂਟਰੀ ਪਾਉਂਗਾ ਕਿ ਗੁਲਸ਼ਨ ਕੁਮਾਰ ਲੈ ਗਿਆ। ਤਾਂ ਇਦਾਂ ਹੀ ਫਰਮ ਤੇ ਮਾਲਕ ਇਹ ਦੋ ਅਲੱਗ-ਅਲੱਗ ਚੀਜ਼ਾਂ ਨੇ, ਦੋ ਅਲੱਗ-ਅਲੱਗ ਪਰਸਨਸ ਨੇ। ਮਾਲਕ ਇੱਕ ਅਲੱਗ ਪਰਸਨ ਹੈ, ਫਰਮ ਅਲੱਗ ਹੈ। ਜਿਵੇਂ ਇਹ ਜਿਹੜੀ ਕੰਪਨੀ ਹੈ ਇਹਦਾ ਨਾਮ ਇਹਨੇ ਲਿਖਿਆ ਨਹੀਂ ਕੋਈ ਵੀ, ਮੰਨ ਲਓ ਇਹ ਜਿਹੜੀ ਫਰਮ ਹੈ ਜਿਹਦਾ ਆਪਾਂ ਹੁਣ ਅਕਾਊਂਟ ਮੇਨਟੇਨ ਕਰਦੇ ਆ, ਇਹਦਾ ਫਰਮ ਦਾ ਨਾਮ ਆ ਗਿਆ ਸਪੋਜ਼ ਕਰੋ ਗੁਰਬੀਲ ਮੈਡੀਕਲ ਹਾਲ ਜਾਂ ਸੁਨੀਲ ਮੈਡੀਕਲ ਹਾਲ। ਸੁਨੀਲ ਮੈਡੀਕਲ ਹਾਲ ਦੇ ਵਿੱਚ ਅਸੀਂ ਅਕਾਊਂਟੈਂਟ ਆ, ਐਜ਼ ਏ ਅਕਾਊਂਟੈਂਟ ਇਹਨਾਂ ਨੇ ਕੀ ਕੀਤਾ, ਰਾਇਲ ਫਾਰਮੇਸੀ ਤੋਂ ਸਮਾਨ ਖਰੀਦਿਆ, ਅੱਗੋਂ ਵੇਚਿਆ, ਬੈਂਕ 'ਚ ਖਾਤਾ ਖੁਲਾਇਆ, ਬੈਂਕ 'ਚ ਪੈਸੇ ਜਮ੍ਹਾਂ ਕਰਾਏ, ਰਾਇਲ ਫਾਰਮੇਸੀ ਨੂੰ ਪੈਸੇ ਨਗਦ ਦੇਤੇ ਜਾਂ ਬਾਈ ਚੈੱਕ ਦੇਤੇ, ਜੋ ਵੀ ਸੁਨੀਲ ਮੈਡੀਕਲ ਹਾਲ ਦੀਆਂ ਐਂਟਰੀਆਂ ਨੇ ਇੱਥੇ ਲਿਖੀਆਂ ਹੋਈਆਂ ਨੇ।
ਤੇ ਜਦੋਂ ਸੁਨੀਲ ਮੈਡੀਕਲ ਹਾਲ ਦਾ ਮਾਲਕ ਸੁਨੀਲ ਕੁਮਾਰ ਹੈ ਆਪਣੀ ਦੁਕਾਨ ਦੇ ਵਿੱਚੋਂ ਪੈਸੇ ਘਰੇ ਵਾਸਤੇ ਲੈ ਕੇ ਜਾਊਗਾ, ਤਦ ਵੀ ਆਪਾਂ ਸੁਨੀਲ ਕੁਮਾਰ ਦੇ ਖਾਤੇ 'ਚ ਐਂਟਰੀ ਐਂ ਪਾਵਾਂਗੇ ਜਿਵੇਂ ਆਪਾਂ ਕਿਸੇ ਹੋਰ ਨੂੰ ਦਿੰਦੇ ਆ। ਇਹ ਰੂਲ ਹੈ। ਅੱਗੇ, ਪੇਮੈਂਟ ਰਿਸੀਵਡ ਬਾਈ ਚੈੱਕ ਫਰੋਮ ਰਣਜੀਤ ਸਿੰਘ ਅਗੇਂਸਟ ਪ੍ਰੀਵੀਅਸ ਬੈਲੈਂਸ। ਇਹਦਾ ਮਤਲਬ ਇਹ ਹੈ ਵੀ ਰਣਜੀਤ ਸਿੰਘ ਪਹਿਲਾਂ ਕਦੇ ਦਵਾਈਆਂ ਲੈ ਗਿਆ ਆਪਣੇ ਤੋਂ ਤੇ ਉਹਦੇ ਪੈਸੇ ਖੜੇ ਸੀਗੇ, ਲੈਣੇ ਸੀਗੇ, ਉਹ ਅੱਜ ਆਇਆ, ਉਹ ਕਹਿੰਦਾ ਜੀ ਮੇਰੇ ਪੁਰਾਣੇ ਪੈਸੇ ਨੇ, ਆ ਲਓ 6500 ਰੁਪਏ ਮੈਂ ਤੁਹਾਨੂੰ ਦੇਣਾ ਸੀਗਾ, ਇਹ ਮੇਰਾ ਜਮ੍ਹਾਂ ਕਰ ਲਓ। ਤਾਂ ਇਹਦੀ ਫਿਰ ਐਂਟਰੀ ਕੀ ਪਾਉਂਗੀ? ਇਹ ਆਪਾਂ ਨੂੰ ਚੈੱਕ ਰਾਹੀਂ ਆਏ ਨੇ ਪੈਸੇ, ਉਹ ਪੇਮੈਂਟ ਕੈਸ਼ ਨਹੀਂ ਦੇ ਕੇ ਗਿਆ, ਬਾਈ ਚੈੱਕ। ਉਹ ਚੈੱਕ ਦੇ ਗਿਆ, ਆ ਲਓ ਜੀ ਚੈੱਕ ਕਰ ਦੋ ਨੇ ਸਾਡੇ ਫਰਮ ਦੇ ਨਾਂ ਤੇ, ਸੁਨੀਲ ਮੈਡੀਕਲ ਹਾਲ ਦੇ ਨਾਂ ਤੇ। ਆਪਾਂ ਉਹ ਚੈੱਕ ਬੈਂਕ 'ਚ ਜਮ੍ਹਾਂ ਕਰਾ ਦੇਵਾਂਗੇ ਤੇ ਫਿਰ ਕੀ ਹੋਊਗਾ? ਪੈਸੇ ਬੈਂਕ ਨੂੰ ਚਲ ਜਾਣਗੇ, ਹਾਂਜੀ ਰਣਜੀਤ ਤੋਂ ਨਿਕਲ ਗਏ, ਹਾਂਜੀ ਬੈਂਕ 'ਚ ਜਮ੍ਹਾਂ ਹੋ ਗਏ। ਤਾਂ ਇਹਦਾ ਜਵਾਬ ਕੀ ਲਿਖੋਗੇ? 10ਵੀਂ ਐਂਟਰੀ ਦਾ, ਲਾਸਟ ਵਾਲੀ ਐਂਟਰੀ ਦਾ ਪਲੀਜ਼ ਬੋਲੋ। डेबिट टू द बैंक। ਡੈਬਿਟ ਹੋ ਜਾਊਗਾ ਬੈਂਕ, ਠੀਕ ਹੈ, ਬੈਂਕ ਨੂੰ ਪੈਸੇ ਚਲ ਜਾਣੇ ਆ। ਹਾਂਜੀ ਬੈਂਕ ਲੈਣ ਵਾਲਾ ਹੈ ਸਟੇਟ ਬੈਂਕ ਆਫ ਇੰਡੀਆ। ਮੈਂ ਆਪਣੇ ਆਪ ਹੀ ਸਟੇਟ ਬੈਂਕ ਆਫ ਇੰਡੀਆ ਪਤਾ ਕਿਉਂ ਪਾਇਆ? ਕਿਉਂਕਿ ਅਕਾਊਂਟ ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਹੈ। ਤੋ ਜੇ ਮੈਨੂੰ ਚੈੱਕ ਮਿਲਿਆ ਤਾਂ ਮੈਂ ਆਪਣੇ ਚੈੱਕ ਨੂੰ ਆਪਣੇ ਖਾਤੇ ਜਮ੍ਹਾਂ ਕਰਾਉਂਗਾ। ਮੇਰਾ ਖਾਤਾ ਸਟੇਟ ਬੈਂਕ ਆਫ ਇੰਡੀਆ 'ਚ ਹੈ, ਸੋ ਮੈਂ ਸਟੇਟ ਬੈਂਕ ਆਫ ਇੰਡੀਆ 'ਚ ਪੈਸੇ ਜਮ੍ਹਾਂ ਕਰਾਤੇ। ਉਹ ਪੇਮੈਂਟ ਜਿਹੜੀ ਆ ਘੁੰਮ ਕੇ ਸਟੇਟ ਬੈਂਕ ਆਫ ਇੰਡੀਆ 'ਚ ਪਹੁੰਚ ਜਾਣੀ ਹੈ। ਤੇ ਕ੍ਰੈਡਿਟ ਕੀ ਕਰਾਂਗੇ? ਰਾਜਕੁਮਾਰ ਬੋਲੀ। ਰਣਜੀਤ ਸਿੰਘ ਹਾਂ, ਰਣਜੀਤ ਸਿੰਘ। ਰਕਮ ਉਨੀ ਹੋਊਗੀ ਜਿੰਨੇ ਪੈਸੇ ਦਾ ਚੈੱਕ ਆਇਆ, 6500 ਰੁਪਏ ਦਾ। ਇੱਥੇ ਗੱਲ ਕਲੀਅਰ ਹੈ। ਹਾਂਜੀ ਹੁਣ ਆਪਾਂ ਅਗਲੀ ਸੈਕੰਡ ਸੈੱਟ ਤੇ ਚੱਲਦੇ ਹਾਂ। ਸੈਕੰਡ ਸੈੱਟ ਦੇ ਵਿੱਚ ਆਹ ਐਗਜ਼ਾਮਪਲਾਂ ਨੂੰ ਆਪਾਂ ਹੱਲ ਕਰੀਏ, ਨਾਲ ਦੀ ਨਾਲ ਹੱਲ ਕਰਦੇ ਹਾਂ ਹੁਣੇ। ਇਹ ਲਓ ਜੀ, ਪਹਿਲਾ ਸਵਾਲ ਉੱਥੇ ਕੀ ਹੈ? ਕੈਸ਼ ਪੇਡ ₹1506 ਫਾਰ ਪਰਚੇਜ਼ ਆਫ ਗੁੱਡਸ। ਇਹ ਕੋਈ ਹੋਰ ਫਰਮ ਮੰਨ ਲਓ, ਕੋਈ ਅਲੱਗ ਕੰਪਨੀ ਹੈ ਦੂਜੀ। ਉਸ ਕੰਪਨੀ ਦੇ ਵਿੱਚ ਕੀ ਹੋਇਆ? ਆਪਾਂ ਨੇ ਜਦੋਂ ਆਪਾਂ ਕਿਸੇ ਵੀ ਕੰਪਨੀ ਦਾ ਅਕਾਊਂਟਸ ਮੇਨਟੇਨ ਕਰਦੇ ਹਾਂ, ਬੁੱਕ ਕੀਪਿੰਗ ਆਪਾਂ ਐਂਟਰੀਆਂ ਬਣਾਉਣੀਆਂ ਨੇ, ਤਾਂ ਆਪਾਂ ਇਹ ਮੰਨਾਂਗੇ ਕਿ ਆਪਾਂ ਨੇ ਇਹ ਕੰਮ ਕੀਤਾ। ਕੀ ਕੀਤਾ? ਆਪਾਂ ਕੈਸ਼ ਪੇ ਕਰਤਾ 1506 ਕਾਹਦੇ ਵਾਸਤੇ? ਸਮਾਨ ਲੈਣ ਵਾਸਤੇ। ਹਾਂਜੀ ਟ੍ਰੇਡਿੰਗ ਮਤਲਬ ਜਿਹੜੀ ਵੀ ਦੁਕਾਨ ਸਾਡੀ ਹੈਗੀ ਹੈ, ਮੰਨ ਲਓ ਦਵਾਈਆਂ ਦੀ ਦੁਕਾਨ, ਦਵਾਈਆਂ ਖਰੀਦੀਆਂ ਨੇ। ਜੇ ਉਹ ਕਰਿਆਨੇ ਦੀ ਸ਼ਾਪ ਹੈ ਤਾਂ ਕਰਿਆਨਾ ਕੋਈ ਨਾ ਕੋਈ ਸਮਾਨ ਖਰੀਦਿਆ, 1506 ਰੁਪਏ ਆਪਾਂ ਕੈਸ਼ ਪੇ ਕਰਤੇ। ਤੋ ਇਹਨੂੰ ਮੈਂ ਫਸਟ ਐਂਟਰੀ ਮੰਨ ਲਵਾਂ। ਤੋ ਫਸਟ ਐਂਟਰੀ ਦਾ ਜਵਾਬ ਬੋਲੋ ਰਾਜਕੁਮਾਰ, ਤੁਸੀਂ ਬੋਲੋ ਕੀ ਆਊਗਾ? ਡੈਬਿਟ ਪਰਚੇਜ਼ ਹਾਂ, ਕ੍ਰੈਡਿਟ ਕੈਸ਼। ਵੈਰੀ ਗੁੱਡ। ਪਰਚੇਜ਼ ਅਕਾਊਂਟ ਨੂੰ ਆਪਾਂ ਕਰ ਦਈਏ ਡੈਬਿਟ ਤੇ ਕ੍ਰੈਡਿਟ ਕਰ ਦਈਏ ਕੈਸ਼ ਨੂੰ, ਠੀਕ ਹੈ। ਦੂਜੀ ਐਂਟਰੀ ਦਾ ਜਵਾਬ ਵੀ ਇਹੀ ਬੋਲੋ। ਪਰਚੇਜ਼ਡ ਗੁੱਡਸ ਫਰੋਮ ਰੋਹਿਤ ਟ੍ਰੇਡਿੰਗ ਕੰਪਨੀ, ਬਿੱਲ ਇੰਨਾ ਰੁਪਈਏ ਹੈਗੇ ਨੇ, ਜਿੰਨਾ ਸਮਾਨ ਲੈਂਦਾ ਉਹ 45,980 ਦਾ ਸਮਾਨ ਆਪਾਂ ਰੋਹਿਤ ਟ੍ਰੇਡਿੰਗ ਕੰਪਨੀ ਤੋਂ ਉਧਾਰ ਲੈ ਕੇ ਆਂਦਾ। ਹਾਂਜੀ ਤਾਂ ਇਹਦੀ ਐਂਟਰੀ ਕੀ ਪਊਗੀ? क्रेडिट टू रोहित। ਕ੍ਰੈਡਿਟ ਆ ਜਾਊਗਾ रोहित ट्रेडिंग। ਹਾਂ, ਰੋਹਿਤ ਨੂੰ ਕ੍ਰੈਡਿਟ ਕਰਾਂਗੇ ਕਿਉਂਕਿ ਰੋਹਿਤ ਤੋਂ ਆ ਰਿਹਾ। ਹਾਂਜੀ ते ते डेबिट debit होगी परचेज। ਡੈਬਿਟ ਆਊਗਾ ਪਰਚੇਜ਼। ਬਿਲਕੁਲ ਠੀਕ ਹੈ ਜੀ, ਡੈਬਿਟ ਪਰਚੇਜ਼, ਕ੍ਰੈਡਿਟ ਕ੍ਰੈਡਿਟ ਰੋਹਿਤ ਟ੍ਰੇਡਿੰਗ ਕੰਪਨੀ। ਤੀਜੀ ਐਂਟਰੀ ਕੈਸ਼ 5500 ਰੁਪਏ, ਸਮਾਨ ਵੇਚਣ ਤੇ ਪੈਸੇ ਆ ਗਏ, ਹਾਂਜੀ ਪੈਸੇ ਆਏ ਨੇ ਹਾਂਜੀ ਤੇ ਸਮਾਨ ਵੇਚਿਆ ਆ। ਡੈਬਿਟ ਕੈਸ਼ ਡੈਬਿਟ ਕੈਸ਼, ਹਾਂਜੀ ਠੀਕ ਹੈ। ਕ੍ਰੈਡਿਟ ਸੇਲ ਕ੍ਰੈਡਿਟ ਸੇਲ, ਬਿਲਕੁਲ ਠੀਕ ਹੋ ਗਿਆ, शाबाश। चौथी एंट्री क्या होगी? चौथी पढ़ लो। सर मोहित कुमार। गुड्स सोल्ड टू मोहित बाय बिल नंबर इंडियन क्रेडिट। चौथी एंट्री है गुड्स सोल्ड टू मोहित कुमार बाय बिल नंबर 84 ऑन क्रेडिट। ਹੁਣ ਇਹਦੇ ਵਿੱਚ ਹੋਇਆ ਇਹ ਕਿ ਆਪਾਂ ਨੇ ਮੋਹਿਤ ਕੁਮਾਰ ਨੂੰ ਸਮਾਨ ਵੇਚਿਆ। ਇਹ ਤਾਂ ਸਿੰਪਲ ਐਂਟਰੀ ਹੈ, ਤਾਂ ਆਉਂਦੀ ਹੋਣੀ ਸਭ ਨੂੰ। हाँ जी। ਮੋਹਿਤ ਨੂੰ ਸਮਾਨ ਵੇਚਿਆ, ਤੁਹਾਡੀ ਐਂਟਰੀ ਠੀਕ ਹੈ ਨਾ? ਮੋਹਿਤ ਨੂੰ ਸਮਾਨ ਵੇਚਿਆ, ਤੇਰੀ ਐਂਟਰੀ ਗਲਤ ਹੈ ਰਾਜਕੁਮਾਰ। ਕਹਿੰਦੇ ਮੋਹਿਤ ਨੂੰ ਸਮਾਨ ਦਿੱਤਾ, ਇਹਦਾ ਜਵਾਬ ਕੀ ਲਿਖੇਗਾ? ਦਿੱਤਾ
ਮੋਹਿਤ ਲੈਣ ਵਾਲਾ ਹੈ ਨਾ, ਸਮਾਨ ਚਲੇ ਗਿਆ ਨਾ, हाँ जी सर ਡੈਬਿਟ ਕੀ ਕਰਾਂਗੇ? मोहित कुमार ਤੂੰ ਲਿਖਿਆ ਗਲਤ ਹੋਇਆ ਹੈ ਨਾ, ऊपर नीचे ਮੋਹਿਤ ਕੁਮਾਰ ਅਕਾਊਂਟ ਡੈਬਿਟ ਹੋ ਗਿਆ जी ਤੇ ਗੁੱਡਸ ਨੂੰ ਆਪਾਂ ਸੇਲ ਕਹਿ ਦਈਏ, हाँ जी ਸੇਲ ਅਕਾਊਂਟ ਤੋਂ ਡੈਬਿਟ। हाँ जी ਠੀਕ। हाँ जी ਪੰਜਵੀਂ ਐਂਟਰੀ ਆ ਜਾ, ਪੰਜਵੀਂ ਚ ਲਿਖਿਆ ਆ ਆਪਾਂ ਨੇ ਪਰਚੇਜ਼ ਕੀਤਾ ਆ ਫਰਨੀਚਰ, हाँ जी ਫਰਨੀਚਰ ਪਰਚੇਜ਼ ਕੀਤਾ ਆ ਬਿਜ਼ਨਸ ਵਾਸਤੇ। हाँ जी ਇਹ ਜਿਹੜਾ ਫਰਨੀਚਰ ਪਰਚੇਜ਼ ਕੀਤਾ ਨਾ ਬਿਜ਼ਨਸ ਵਾਸਤੇ, ਇਹਦਾ ਮਤਲਬ ਇਹ ਹੁੰਦਾ ਹੈ ਵੀ ਆਪਾਂ ਨੇ ਇਹ ਸਮਾਨ ਨਹੀਂ ਹੈਗਾ। ਮੈਂ ਤੁਹਾਨੂੰ ਪਹਿਲਾਂ ਸਮਝਾਈ ਹੋਈ ਇਹ ਗੱਲ ਵੀ ਜੇ ਤਾਂ ਆਪਾਂ ਸਮਾਨ ਲੈਣੇ ਫਿਰ ਤਾਂ ਆਪਾਂ ਗੁੱਡਸ ਕਹਿੰਦੇ ਹੁੰਦੇ ਆ ਜਾਂ ਪਰਚੇਜ਼ ਕਹਿ ਦਿੰਦੇ ਆ। ਜੇ ਅਗਰ ਆਪਾਂ ਸਮਾਨ ਆਪਣੇ ਯੂਜ਼ ਵਾਸਤੇ ਬਿਜ਼ਨਸ ਵਾਸਤੇ ਖਰੀਦਿਆ ਜਿਹੜਾ ਆਪਾਂ ਨੇ ਸਾਲਾਂ ਸਾਲ ਚਲਾਉਣਾ, ਇਹਨੂੰ ਆਪਾਂ ਫਿਕਸਡ ਐਸਟ ਕਹਿ ਦਈਏ। हाँ जी ਜੇ ਆਪਾਂ ਫਰਨੀਚਰ ਪਰਚੇਜ਼ ਕੀਤਾ ਤਾਂ ਡੈਬਿਟ ਗੁੱਡਸ ਨਹੀਂ ਕਹੋਗੇ, ਇਹਨੂੰ ਕਹਾਂਗੇ ਡੈਬਿਟ ਫਰਨੀਚਰ। ਫਰਨੀਚਰ ਆ ਗਿਆ, ਇਹਨੇ ਇੱਥੇ ਕੀ ਹੈ? ਫਰਨੀਚਰ ਆਪਾਂ ਨੇ ਖਰੀਦਿਆ, ਵਟ ਕਮਸ ਇਨ, जी ਇਹਦਾ ਮਤਲਬ ਕਿ ਆਪਾਂ ਕਰਾਂਗੇ ਡੈਬਿਟ। कैश हो गई क्रेडिट ਕੈਸ਼ ਆਪਾਂ ਪੇ ਕਰਤਾ, ਹਾਂ ਕੈਸ਼ ਆ ਗਿਆ, ਵਟ ਗੋਜ਼ ਆਊਟ, ਇਹਨੂੰ ਆਪਾਂ ਕਰਾਂਗੇ क्रेडिट ਕ੍ਰੈਡਿਟ। ਇਹ ਗੱਲ ਹੋਈ ਕਲੀਅਰ। ਛੇਵੇਂ ਚ ਲਿਖਿਆ ਹੈ ਜਨਰੇਟਰ ਆਪਾਂ ਵੇਚਿਆ 15000 ਦਾ, ਇੱਥੇ ਥੋੜੀ ਜਿਹਾ ਮੈਂ ਕਰੈਕਸ਼ਨ ਕਰ ਰਹਾ ਇੰਟਰ ਮੈਂ ਮੰਨਾ 올ਡ ਜਨਰੇਟਰ ਵੀ ਹੈਡ, ਆਪਣੇ ਕੋਲ ਸੀ ਪਹਿਲਾਂ, ਆਪਾਂ ਵੇਚਤਾ। ਜਾਣੀ ਕਿ ਇਹ ਜਿਹੜਾ ਜਨਰੇਟਰ ਵੇਚਿਆ ਇਹ ਐ ਕਹਿ ਸਕਦਾ ਵੀ ਜਨਰੇਟਰ ਵੀ ਸਾਡੇ ਵਾਸਤੇ ਫਿਕਸਡ ਐਸੈਟ ਹੈ, ਇਜ਼ ਆਵਰ ਫਿਕਸਡ ਐਸੈਟ। ਜਿਵੇਂ ਫਰਨੀਚਰ ਆਪਾਂ ਨੇ ਖਰੀਦਿਆ, ਆਪਾਂ ਫਰਨੀਚਰ ਨੂੰ ਡੈਬਿਟ ਕਰਤਾ, ਐਦਾਂ ਹੀ ਜਨਰੇਟਰ ਆਪਣੇ ਕੋਲੇ ਕੋਈ ਖਰਾਬ ਪਿਆ ਸੀ ਜਾਂ ਉਹਦਾ ਪਾਵਰ ਘੱਟ ਸੀਗੀ ਤੇ ਆਪਾਂ ਨੂੰ ਵੱਡਾ ਜਨਰੇਟਰ ਚਾਹੀਦਾ ਸੀਗਾ, ਆਪਾਂ ਨੇ ਪੁਰਾਣਾ ਜਨਰੇਟਰ ਉਹ ਵੇਚਦਾ। ਤੇ ਜਦੋਂ ਆਪਾਂ ਜਨਰੇਟਰ ਵੇਚਿਆ ਉਹਦੇ ਬਦਲੇ ਆਪਾਂ ਪੈਸੇ ਲੈ ਲਏ, हाँ जी ਤਾਂ ਫਿਰ ਇਹਦਾ ਜਵਾਬ ਕੀ ਲਿਖੀਏ? ਡੈਬਿਟ ਕੀ ਕਰੀਏ ਤੇ ਕ੍ਰੈਡਿਟ ਕੀ ਕਰੀਏ? ਹੈ डेबिट कैश ਡੈਬਿਟ ਕੈਸ਼, ਕ੍ਰੈਡਿਟ ਕੀ ਕਰੀਏ? जनरेटर ਜਨਰੇਟਰ, ਜਨਰੇਟਰ ਅਕਾਊਂਟ। ਇਹ ਇਦਾਂ ਐਂਟਰੀ ਹੋਊਗੀ। ਆਪਾਂ ਸੇਲ ਨਹੀਂ ਕਹਿਣੀ ਹੈਗੀ ਕਿਉਂਕਿ ਸਮਾਨ ਨਹੀਂ ਵੇਚਿਆ, ਜਨਰੇਟਰ ਸਾਡੇ ਕੋਲ ਫਿਕਸਡ ਐਸੈਟ ਸੀ, ਉਹ ਆਪਣੇ ਵੇਚਦੀ। ਹੁਣ ਸੱਤਵੀਂ ਐਂਟਰੀ ਆ ਗਈ। ਸੱਤਵੀਂ ਚ ਲਿਖਿਆ ਹੈ ਨਵਾਂ ਜਨਰੇਟਰ ਆਪਾਂ ਨੇ 45500 ਦਾ ਖਰੀਦਿਆ, ਪਾਠਕ ਮਸ਼ੀਨਸ ਇੱਕ ਕੰਪਨੀ ਉਹ ਤੋਂ ਉਧਾਰਾ। ਜੇ ਆਪਾਂ ਉੱਥੇ ਕੈਸ਼ ਨਾ ਲਿਖਿਆ ਹੋਵੇ ਨਾ, ਜਿਵੇਂ ਸੱਤਵੀਂ ਐਂਟਰੀ ਵਿੱਚ ਰਕਮ ਤੇ ਇਹ ਲਿਖਿਆ ਆ ਆਪਣੇ ਪਾਠਕ ਮਸ਼ੀਨਸ ਤੋਂ ਜਨਰੇਟਰ ਖਰੀਦ ਲਿਆ, हाँ जी ਇਹ ਕੁਝ ਨਹੀਂ ਲਿਖਿਆ ਕੈਸ਼, ਤਾਂ ਇਹਦਾ ਮਤਲਬ ਉਧਾਰ ਹੈ। ਜਦੋਂ ਮੈਂ ਕਦੇ ਤੁਹਾਨੂੰ ਰਕਮਾਂ ਦਵਾਂ ਨਾ, ਹਾਂਜੀ। ਕੈਸ਼ ਨਾ ਲਿਖਿਆ ਇਟ ਮੀਨਸ ਉਧਾਰ ਹੈ। ਹੁਣ ਇੱਥੇ ਕੀ ਹੈ? ਜਨਰੇਟਰ ਸਾਡੇ ਕੋਲੇ ਆ ਗਿਆ। हाँ जी जनरेटर ਜਨਰੇਟਰ ਕੀ ਹੈ? Debit. ਵਟ ਕਮਸ ਇਨ, डेबिट ਯੈਸ, ਇਹਨੂੰ ਕਰਾਂਗੇ ਡੈਬਿਟ। क्रेडिट ਪਾਠਕ ਮਸ਼ੀਨਸ ਤੋਂ ਆਪਾਂ ਲੈ ਰਹੇ ਹਾਂ, क्रेडिट ਪਾਠਕ ਮਸ਼ੀਨਸ, ਇਹ ਕੀ ਹੈ? ਗਿਵਰ, ਗਿਵਰ ਨੂੰ ਕਰਾਂਗੇ ਕ੍ਰੈਡਿਟ। ਸੱਤਵੀਂ ਐਂਟਰੀ ਵੀ ਕਲੀਅਰ ਹੋਈ। हाँ जी ਅੱਠਵੀਂ ਦੇ ਵਿੱਚ ਲਿਖਿਆ ਹੈ ਲੈਪਟਾਪ ਆਪਾਂ ਨੇ ਪਰਚੇਜ਼ ਕੀਤਾ ਆ, ਇਹ ਵੀ ਆਪਣੇ ਅਕਾਊਂਟਸ ਵਾਸਤੇ ਆਪਣੇ ਬਿਜ਼ਨਸ ਵਾਸਤੇ ਪਰਚੇਜ਼ ਕੀਤਾ, ਇਹ ਵੀ ਐਸੈਟ ਹੈ। ਜਿਵੇਂ ਫਰਨੀਚਰ ਹੈ, ਜਨਰੇਟਰ ਹੈ, ਇਹਦੀ ਲੈਪਟਾਪ ਵੀ ਐਸੈਟ ਹੈ। ਇਹ ਆਪਾਂ ਨੇ ਖਰੀਦਿਆ ਹੈਗਾ 26500 ਦਾ ਸ਼ਰਮਾ ਕੰਪਿਊਟਰ ਤੋਂ, ਇਹ ਵੀ ਉਦਾਹਰਨ ਲੈ ਕੇ ਆਂਦਾ। ਤਾਂ ਇਹ ਐਂਟਰੀ ਚ ਆਪਾਂ ਕੀ ਕਰਾਂਗੇ ਫਿਰ? ਡੈਬਿਟ ਕ੍ਰੈਡਿਟ ਕੀ ਕਰਾਂਗੇ? डेबिट शर्मा ਸ਼ਰਮਾ ਤੋਂ ਤਾਂ ਲਿਆ ਆਪਾਂ ਨੇ, ਉਹ ਗਿਵਰ ਹੋ ਗਿਆ। क्रेडिट ਲੈਪਟਾਪ ਆਪਣੇ ਕੋਲੇ ਆਇਆ ਨਾ, हाँ जी ਵਟ ਕਮਸ ਇਨ, ਜੋ ਆਇਆ ਉਹਨੂੰ ਆਪਾਂ ਕਰਾਂਗੇ ਡੈਬਿਟ। ਮੈਂ ਆਨ ਬ੍ਰੈਕਟ ਤਾਂ ਪਾਇਆ ਤੁਹਾਨੂੰ ਪਤਾ ਲੱਗ ਜਾਵੇ ਕਿ ਡੈਬਿਟ ਕੀ ਕਰਨਾ ਹੈ ਕਿ ਡੈਬਿਟ ਕਿਉਂ ਕਰਨਾ ਹੈ। क्रेडिट हो गई शर्मा कंप्यूटर ਹਾਂ ਡੈਬਿਟ ਹੋ ਗਿਆ। ਕੀਬੋਰਡ ਰੁਕ ਗਿਆ 2 ਮਿੰਟ ਜੀ। ਮਾਊਸ ਚੱਲਦੀ ਹੈ, ਹਾਂ ਚੱਲ ਗਿਆ। ਡੈਬਿਟ ਆਊਗਾ ਲੈਪਟਾਪ हाँ जी ਤੇ ਕ੍ਰੈਡਿਟ ਆ ਜਾਊਗਾ शर्मा ਸ਼ਰਮਾ, ਯੈਸ ਗਿਵਰ ਹੈ। ਸ਼ਰਮਾ ਕੰਪਿਊਟਰਸ ਇਹ ਹੈਗਾ ਗਿਵਰ, ਇਸ ਕਰਕੇ ਇਹਨੂੰ ਕਰਾਂਗੇ ਕ੍ਰੈਡਿਟ। ਨੌਵੀਂ ਐਂਟਰੀ ਚ ਉਹ ਆ ਕੀ ਹੋਇਆ? ਨੌਵੀਂ ਐਂਟਰੀ ਚ ਕੀ ਆਊਗਾ? ਨੌਵੀਂ ਰਕਮ ਹੈਗੀ ਹੈ, ਨੌਵੀਂ ਰਕਮ ਸਾਹਮਣੇ ਆ ਗਈ ਆਪਣੇ ਉੱਪਰ ਇੱਕ ਚੱਕ ਲੈਣਾ, ਇਹ ਸਾਹਮਣੇ ਰਕਮ ਵੀ ਆਨਸਰ ਵੀ। ਨੌਵੀਂ 'ਚ ਲਿਖਿਆ ਗੁੱਡਸ ਆਪਾਂ ਨੇ ਗੁੱਡਸ ਰਿਟਰਨ ਹੋਈਆਂ ਨੇ, ਆਪਾਂ ਨੇ ਪਹਿਲਾਂ ਸਮਾਨ ਵੇਚਿਆ ਸੀ ਕਿਸੇ ਨੂੰ, ਉਹ ਕਸਟਮਰ ਸਾਨੂੰ ਆਇਆ ਕਹਿੰਦਾ ਜੀ ਯਾਰ ਤੁਹਾਡਾ ਸਮਾਨ ਖਰਾਬ ਹੈ ਵਾਪਸ ਕਰ ਲਓ, ਤੇ
ਆਪਾਂ ਨੇ ਮੰਨ ਲਿਆ ਹਾਂ ਸਮਾਨ ਵਾਕਈ ਖਰਾਬ ਸੀਗਾ, ਆਪਾਂ ਉਹਦਾ ਸਮਾਨ ਵਾਪਸ ਕਰਕੇ ਉਹਨੂੰ ਆਪਾਂ ਪੇਮੈਂਟ ਜਿੰਨੇ ਦਾ ਸਮਾਨ ਸੀ ਵਾਪਸ ਕਰ ਦੇ। ਤਾਂ ਇਹਦੀ ਐਂਟਰੀ ਕੀ ਹੋਊਗੀ? Debit ਗੁੱਡਸ ਆਈਆਂ ਨੇ ਕਿ ਗੁੱਡਸ ਗਈਆਂ ਨੇ? आया ਗੁੱਡਸ ਆਈਆਂ ਨੇ। ਜਦੋਂ ਗੁੱਡਸ ਵਾਪਸ ਆਈਆਂ ਹੁਣ ਇਹਨੂੰ ਆਪਾਂ ਨਾ ਸਪੈਸ਼ਲੀ, ਵੈਸੇ ਤਾਂ ਮੈਂ ਹਾਲੇ ਐ ਕਹਿਣਾ ਗੁੱਡਸ ਆਈਆਂ ਨੇ ਤਾਂ ਆਪਾਂ ਗੁੱਡਸ ਨੂੰ ਡੈਬਿਟ ਕਰਾਂਗੇ ਕਿਉਂਕਿ वापस what comes in ਇਹਨੂੰ ਕਰਾਂਗੇ ਡੈਬਿਟ। ਤੇ ਕ੍ਰੈਡਿਟ ਕਿਹਨੂੰ ਕਰਾਂਗੇ? कैश ਕੈਸ਼। ਆਪਾਂ ਨੂੰ ਬੰਦੇ ਨੂੰ ਗਾਹਕ ਨੂੰ ਕੈਸ਼ ਵਾਪਸ ਕਰਤਾ। ਹੁਣ ਜਦੋਂ ਗੁੱਡਸ ਵਾਪਸ ਆਈਆਂ ਹੁਣ ਇਹਦਾ ਜਿਹੜਾ ਖਾਤਾ ਨਾ ਗੁੱਡਸ ਦੀ ਜਗ੍ਹਾ ਤੇ ਆਪਾਂ ਇਹਦਾ ਨਾਮ ਰੱਖਾਂਗੇ, ਯਾਨੀ ਇਹਨੂੰ ਆਪਾਂ ਦੁਬਾਰਾ ਠੀਕ ਕਰਦੇ ਹਾਂ। ਆਪਾਂ ਡੈਬਿਟ ਕਰਾਂਗੇ ਸੇਲ ਰਿਟਰਨ ਅਕਾਊਂਟ। ਯਾਨੀ ਜਿਵੇਂ ਸਮਾਨ ਵੇਚਿਆ ਤਾਂ ਗੁੱਡਸ ਨੂੰ ਆਪਾਂ ਕਹਿੰਦਾਂਗੇ ਸੇਲ, ਸਮਾਨ ਖਰੀਦਿਆ ਤਾਂ ਗੁੱਡਸ ਨੂੰ ਕਹਾਂਗੇ ਪਰਚੇਜ਼। ਜੇ ਸਮਾਨ ਸਾਡੇ ਕਸਟਮਰ ਨੇ ਸਾਨੂੰ ਵਾਪਸ ਕਰਤਾ ਤਾਂ ਇਹਦਾ ਅਕਾਊਂਟ ਅਲੱਗ ਬਣਾਵਾਂਗੇ, ਇਹਦੇ ਨਾਮ ਅਲੱਗ ਲਿਖਾਂਗੇ ਸੇਲ ਰਿਟਰਨਡ ਅਕਾਊਂਟ, ਉਹਨੂੰ ਕਰਾਂਗੇ ਡੈਬਿਟ 900 ਰੁਪਏ ਦਾ। ਤੇ ਕ੍ਰੈਡਿਟ ਕੀ ਕਰਾਂਗੇ ਫਿਰ ਇਹਨੂੰ? कैश ਕ੍ਰੈਡਿਟ ਕਰਾਂਗੇ ਕੈਸ਼, ਰੁਪੀਸ ਕੀ ਕਰ ਦਾਂਗੇ 900। ਇਹਦਾ ਜਵਾਬ ਇਹ ਬਣੂਗਾ। 10ਵੀਂ ਐਂਟਰੀ ਤੇ ਆਪਾਂ ਚੱਲਦੇ ਹਾਂ। 10ਵੀਂ ਐਂਟਰੀ ਹੈ ਕਿ ਜਿਵੇਂ ਹੁਣ ਆਪਾਂ ਨੇ ਕਿਹੜਾ ਆਪ ਘਰ ਬਣਾਇਆ ਸੀ ਸਮਾਨ, ਆਪਾਂ ਨੇ ਸਮਾਨ ਲਿਆਂਦਾ ਸੀਗਾ ਕਿਸੇ ਤੋਂ, ਉਹ ਸਮਾਨ ਜਦੋਂ ਗਾਹਕ ਨੇ ਸਾਨੂੰ ਵਾਪਸ ਕੀਤਾ ਅੱਗੋਂ ਆਪਾਂ ਆਪਣੇ ਦੁਕਾਨਦਾਰ ਨੂੰ ਵਾਪਸ ਕਰਤਾ ਜੀ ਤੋਂ ਆਪਾਂ ਲਿਆਂਦਾ ਸੀ। ਹੁਣ ਆਪਾਂ ਨੇ ਵਾਪਸ ਕੀਤਾ ਕਿਹਨੂੰ ਹੈ? ਰੋਹਿਤ ਟ੍ਰੇਡਿੰਗ ਕੰਪਨੀ ਨੂੰ। ਰੋਹਿਤ ਟ੍ਰੇਡਿੰਗ ਕੰਪਨੀ ਨੂੰ ਜੋ ਸਮਾਨ ਵਾਪਸ ਕੀਤਾ ਤਾਂ ਰੋਹਿਤ ਨੇ ਆਪਾਂ ਨੂੰ ਪੈਸੇ ਵਾਪਸ ਨਹੀਂ ਕੀਤੇ, ਉਹ ਕਹਿੰਦਾ ਕੋਈ ਗੱਲ ਨਹੀਂ ਆਪਣੇ ਖਾਤੇ 'ਚ ਐਡਜਸਟ ਕਰ ਲਾਂਗੇ। ਤਾਂ ਹੁਣ ਇੱਥੇ ਕੀ ਆ, ਆਪਾਂ ਨੇ ਸਮਾਨ ਗੁੱਡਸ ਵਾਪਸ ਕਰਤੀਆਂ ਰੋਹਿਤ ਨੂੰ, हाँ जी ਵਾਪਸ ਕਰਤੀਆਂ, ਪੈਸੇ ਨਗਦ ਨਹੀਂ ਲਏ ਹੈਗੇ, ਰੋਹਿਤ ਤੋਂ ਲੈਣੇ ਆ। ਅਮਾਉਂਟ ਹੈਗੀ ਆ 850 ਰੁਪਏ ਦੀ। ਇਹਦਾ ਮਤਲਬ ਕਿ 900 ਸਮਾਨ ਵੇਚਿਆ ਸੀਗਾ, ਆਪਾਂ ਨੂੰ ਖਰੀਦਿਆ 850 ਦਾ ਹੋਊਗਾ ਉਹ। ਤਾਂ ਇਹਦੀ ਐਂਟਰੀ ਨੂੰ ਆਪਾਂ ਕਿਵੇਂ ਲਿਖੀਏ? ਬੋਲੋ ਇਹਦੇ ਚ ਕੀ ਹੋਇਆ? रिटर्न ਡੈਬਿਟ ਕ੍ਰੈਡਿਟ ਕੀ ਕਰੀਏ ਆਪਾਂ? ਯੂ ਕੈਨ ਡੂ, ਪਲੀਜ਼ ਡੂ। ਇਹਦੇ ਚ ਸਮਾਨ ਆਇਆ ਕਿ ਗਿਆ? रिटर्न आया ਨਹੀਂ, ਸਮਾਨ ਸਾਡੇ ਕੋਲ ਆਇਆ ਜਾਂ ਗਿਆ? आया जी ਕਿਉਂ ਆਇਆ? ਝੂਠਾ ਬੋਲ ਗਲਤ ਤੂੰ ਕਹਿ ਰਿਹਾ। ਅਸੀਂ ਸਮਾਨ ਰੋਹਿਤ ਟ੍ਰੇਡਿੰਗ ਕੰਪਨੀ ਨੂੰ ਵਾਪਸ ਕਰ ਦਿੱਤਾ ਸੀ। ਪਹਿਲੀ ਐਂਟਰੀ 9ਵੀਂ ਚ ਆਇਆ ਸੀ। रिटर्न का ਤੂੰ ਫਿਲਮ ਬਣਾ, ਸਮਾਨ ਆਇਆ ਸੀ 9ਵੀਂ ਐਂਟਰੀ ਚ, 9ਵੀਂ ਵਿੱਚ ਹੈ ਕਿ ਸਮਾਨ ਉਹ ਵਾਪਸ ਕਰ ਗਿਆ। ਹੁਣ 10ਵੀਂ ਐਂਟਰੀ ਚ ਕੀ ਆ? ਉਹੀ ਸਮਾਨ ਅੱਗੋਂ ਆਪਾਂ ਨੇ ਜਿੱਥੋਂ ਆਪਾਂ ਲਿਆਂਦਾ ਸੀ ਆਪਾਂ ਨੂੰ ਵਾਪਸ ਕਰਤਾ। गया जी ਹੁਣ ਸਮਾਨ ਗਿਆ। हाँ जी ਇੱਥੇ ਕੀ ਆ? ਗੁੱਡਸ ਨੂੰ ਆਪਾਂ ਕਰਾਂਗੇ ਕ੍ਰੈਡਿਟ, ਕਿਉਂਕਿ ਗੁੱਡਸ ਕੀ ਨੇ? ਵਟ ਗੋਜ਼ ਆਊਟ, वापस किया ਜੋ ਜਾ ਰਿਹਾ ਉਹਨੂੰ ਕ੍ਰੈਡਿਟ ਕਰਨਾ ਹੈ। हाँ जी ਤੇ डेबिट ਜਦੋਂ ਗੁੱਡਸ ਨੂੰ ਕ੍ਰੈਡਿਟ ਕਰਨਾ, ਇੱਥੇ ਆਪਾਂ ਗੁੱਡਸ ਦਾ ਖਾਤਾ ਪਰਚੇਜ਼ ਰਿਟਰਨ ਕਹਿ ਦਾਂਗੇ। ਬਸ ਇਹ ਗੱਲ ਧਿਆਨ ਰੱਖਿਓ, ਯਾਨੀ ਕਿ ਗੁੱਡਸ ਦੇ 4 ਖਾਤੇ ਬਣ ਗਏ। ਜੇ ਗੁੱਡਸ ਆਈਆਂ ਤਾਂ ਸੇਲ ਅਕਾਊਂਟ ਨਾ ਪਰਚੇਜ਼ ਅਕਾਊਂਟ, ਜੇ ਗੁੱਡਸ ਵੇਚੀਆਂ ਨੇ ਤਾਂ ਸੇਲ ਅਕਾਊਂਟ। ਜੇ ਗੁੱਡਸ ਆਪਾਂ ਨੂੰ ਸੇਲ ਵਾਪਸ ਆ ਗਈ ਤਾਂ ਉਹਨੂੰ ਸੇਲ ਰਿਟਰਨ ਕਹਿ ਦਾਂਗੇ। ਜੇ ਆਪਾਂ ਪਰਚੇਜ਼ ਵਾਪਸ ਕਰਤੀ ਤਾਂ ਆਪਾਂ ਨੂੰ ਪਰਚੇਜ਼ ਰਿਟਰਨ ਕਹਾਂਗੇ। ਤਾਂ ਇੱਥੇ ਆਪਾਂ ਡੈਬਿਟ ਕਰਾਂਗੇ ਪਰਚੇਜ਼ ਰਿਟਰਨ, ਨਾ ਡੈਬਿਟ ਨਹੀਂ, ਇਹ ਗਈਆਂ ਨੇ ਗੁੱਡਸ, ਕ੍ਰੈਡਿਟ ਕਰਨਾ ਹੈ। ਡੈਬਿਟ ਕਿਹਨੂੰ ਕਰਾਂਗੇ ਇਹ ਦੱਸੋ ਪਹਿਲਾਂ, ਫਿਰ ਬਾਅਦ ਚ ਐਂਟਰੀ ਕਰਦੇ ਹਾਂ। ਹੁਣ ਰੋਹਿਤ ਟ੍ਰੇਡਿੰਗ ਕੰਪਨੀ ਨੂੰ ਆਪਾਂ ਦੇਤਾ, ਰੋਹਿਤ ਟ੍ਰੇਡਿੰਗ ਕੰਪਨੀ, ਇਹ ਹੈਗਾ ਰਿਸੀਵਰ ਲੈਣ ਵਾਲਾ, ਤੇ ਰਿਸੀਵਰ ਨੂੰ ਕਰਾਂਗੇ ਡੈਬਿਟ। ਤਾਂ ਆਨਸਰ ਇਹਦਾ ਬਣ ਜਾਊਗਾ ਡੈਬਿਟ ਰੋਹਿਤ ਟ੍ਰੇਡਿੰਗ ਕੰਪਨੀ। क्रेडिट परचेज रिटर्न ਕੀਬੋਰਡ ਫਿਰ ਦੋਨੋਂ ਕੰਮ ਨਹੀਂ ਕਰ ਰਿਹਾ। ਰੋਹਿਤ ਟ੍ਰੇਡਿੰਗ ਕੰਪਨੀ, ਇਹ ਡੈਬਿਟ ਕਰਾਂਗੇ 850 ਰੁਪਏ, ਕ੍ਰੈਡਿਟ ਕਰ ਦਾਂਗੇ रिटर्न ਪਰਚੇਜ਼ ਰਿਟਰਨਡ ਅਕਾਊਂਟ 850 ਰੁਪਏ। ਐਦਾਂ ਐਂਟਰੀ ਇਹ ਬਣਦੀ ਹੈ। ਆਈ ਹੋਪ ਯੂ ਅੰਡਰਸਟੈਂਡ, ਉਮੀਦ ਹੈ ਕਿ ਤੁਸੀਂ ਸਮਝ ਗਏ ਹੋਵੋਗੇ ਨਾ। हाँ जी ਤੇ ਹੁਣ ਨਾ ਐਕਸਰਸਾਈਜ਼ 3rd ਹੈ। ਇਹਦੇ ਵਿੱਚ ਕੁਝ ਚੀਜ਼ਾਂ ਨਵੀਆਂ ਵੀ ਨੇ, ਮੈਂ ਸਮਝਾਉਣਾ। ਇਹਦੇ ਪਹਿਲੀਆਂ ਜਿਹੜੀਆਂ ਐਂਟਰੀਆਂ ਨੇ, ਪਹਿਲੀਆਂ ਸੈੱਟ ਪ੍ਰੈਕਟਿਸ 1 ਤੇ ਪ੍ਰੈਕਟਿਸ 2, ਇਹਦੇ ਵਿੱਚ ਆਪਾਂ ਸਿਰਫ 2 ਰੂਲ ਯੂਜ਼ ਕੀਤੇ ਨੇ। ਪਹਿਲੇ 2, ਜਿਹਨੂੰ ਦਿੱਤਾ ਉਹ ਡੈਬਿਟ, ਜੀ ਤੋਂ ਲਿਆ ਉਹ ਕ੍ਰੈਡਿਟ। ਜੋ ਵਸਤੂ ਆਈ ਉਹ ਡੈਬਿਟ, ਜੋ ਵਸਤੂ ਗਈ ਉਹ ਕ੍ਰੈਡਿਟ। ਫਸਟ ਐਂਡ ਸੈਕੰਡ ਰੂਲਸ ਦੀ ਵਰਤੋਂ ਕਰਕੇ ਆਪਾਂ ਪ੍ਰੈਕਟਿਸ ਸੈੱਟ 1 ਤੇ ਪ੍ਰੈਕਟਿਸ ਸੈੱਟ 2 ਸਮਝਿਆ ਹੈ। ਪ੍ਰੈਕਟਿਸ ਸੈੱਟ 3 ਦੇ ਵਿੱਚ ਐਂਟਰੀਆਂ ਦੇ ਵਿੱਚ ਕੁਝ ਨਵੀਂ ਚੀਜ਼ ਇਹ ਹੈ ਕਿ ਇਹਦੇ ਵਿੱਚ ਕੋਈ ਐਂਟਰੀਆਂ ਪਹਿਲੇ ਰੂਲ ਦੀਆਂ ਨੇ, ਕੋਈ ਦੂਜੇ ਦੀਆਂ ਨੇ, ਬਹੁਤੀਆਂ ਐਂਟਰੀਆਂ 'ਚ ਤੀਜੇ ਰੂਲ ਦੀਆਂ ਨੇ।
ਤੀਜਾ ਰੂਲ ਕੀ ਹੈ? ਨੋਮੀਨਲ ਦੇ ਵਾਸਤੇ ਜੋ ਵਸਤੂ ਆਈ ਜੋ ਖਰਚਾ ਹੋਇਆ ਜਾਂ ਘਾਟੇ ਹੋਏ ਉਹ ਡੈਬਿਟ, ਇਨਕਮ ਨੂੰ ਕ੍ਰੈਡਿਟ ਕਰੋ। ਜਿਹੜਾ ਥਰਡ ਰੂਲ ਹੈ ਨਾ ਉਹ ਪਹਿਲੇ ਦੋ ਸੈਕਟਰਾਂ 'ਚ ਨਹੀਂ ਯੂਜ਼ ਹੋਇਆ, ਇਹਦੇ 'ਚ ਥਰਡ ਰੂਲ ਦੀ ਵਰਤੋਂ ਹੋ ਰਹੀ ਹੈ। ਤੁਸੀਂ ਇਹ ਕੰਮ ਨੂੰ ਘਰੋਂ ਕਰਕੇ ਲੈ ਕੇ ਆਇਓ। ਆਪਾਂ ਤੁਹਾਡੇ ਕੰਮ ਕੀਤੇ ਨੂੰ ਕੱਲ ਚੈੱਕ ਕਰਦੇ ਹਾਂ, ਫਿਰ ਆਪਾਂ ਇਹਦੇ ਵਿੱਚ ਜੋ ਵੀ ਜ਼ਰੂਰਤ ਪਊਗੀ ਉਹਦੇ ਤੇ ਆਪਾਂ ਡਿਸਕਸ਼ਨ ਕਰਦੇ ਹਾਂ। ठीक ਇਹ ਸੈੱਟ ਤੁਹਾਡੇ ਕੋਲ ਹੈਗਾ ਨਾ, हाँ जी ਤੁਸੀਂ ਇਹ ਕਰ ਲੈਣਾ ਹੈ।